110 किलो भार ਦੇ ਨਾਲ ਵੀ ਆਪਰੇਸ਼ਨ ਤੋਂ ਤੀਸਰੇ ਦਿਨ ਬਿਨਾਂ ਵੋਕਰ ਤੋਂ ਚੱਲ ਪਾ ਰਹੀ। ਅਸੀਂ ਤਾਂ ਇਹ ਵਾਲੇ ਰਿਜ਼ਲਟਸ ਦੇਖ ਕੇ ਹੋਰ ਜ਼ਿਆਦਾ ਵਿਸ਼ਵਾਸ ਪੱਕਾ ਹੁੰਦਾ ਕਿ ਪੇਸ਼ੈਂਟ ਸਾਨੂੰ ਕਹਿਣ ਲੱਗ ਗਏ ਜੀ ਤੁਸੀਂ ਸਾਨੂੰ ਕਿਉਂ ਕਹਿ ਰਹੇ ਹੋ ਕਿ ਵੋਕਰ ਪਕੜ ਕੇ ਚੱਲੀਏ ਅਸੀਂ ਸੈਕਿੰਡ ਡੇ ਥਰਡ ਡੇ ਇੱਦਾਂ ਕੌਨਫੀਡੈਂਟ ਫੀਲ ਕਰ ਰਹੇ ਹਾਂ, ਸਾਨੂੰ ਪੇਨ ਨਹੀਂ ਹੈਗੀ ਹੈ, ਸਾਡਾ ਬੈਲੈਂਸ ਅੱਛਾ ਹੈ, ਸਾਨੂੰ ਨਹੀਂ ਫੀਲ ਹੋ ਰਿਹਾ ਕਿ ਗੋਡਾ ਬਦਲਿਆ ਗਿਆ। ਪੇਸ਼ੈਂਟਸ ਤੋਂ ਹੀ ਸਾਨੂੰ ਇਹ ਪਤਾ ਲੱਗਿਆ ਕਿ ਅਸੀਂ ਵੋਕਰ ਨਹੀਂ ਪਕੜਨਾ ਚਾਹੁੰਦੇ ਹਾਂ, ਲੈਟ ਅਸ ਵਾਕ ਵਿਦਆਊਟ ਸਪੋਰਟ। ਤੇ ਹੁਣ ਤੁਹਾਡੇ 90% ਪੇਸ਼ੈਂਟਸ ਜਿਨ੍ਹਾਂ ਦੀ ਅਸੀਂ ਭਾਵੇਂ ਇੱਕ ਗੋਡਾ ਕਰੀਏ ਭਾਵੇਂ ਦੋਵੇਂ ਕਰੀਏ, ਥਰਡ ਡੇ ਤੋਂ ਬਿਨਾਂ ਸਪੋਰਟ ਦੇ ਤੁਰਨ ਫਿਰਨ ਲੱਗ ਜਾਂਦੇ। ਉਹਦੇ ਅੰਦਰ ਦੀ ਜਿਹੜੀ ਇੱਕ ਸਟਰਕਚਰ ਹੈ ਉਹ ਬਿਲਕੁਲ ਚੇਂਜ ਨਹੀਂ ਹੋਇਆ, ਜਿਹੜੇ ਹਿਸਾਬ ਪਹਿਲੇ ਗੋਡਾ ਸੀ ਉਸੇ ਐਂਗਲ ਤੇ ਦੁਬਾਰਾ ਫਿਟ ਹੋ ਗਿਆ। ਐਂਡ ਦਿਸ ਕੈਨ ਓਨਲੀ ਬੀ ਡਨ ਵਿਦ ਫੁੱਲੀ ਐਕਟਿਵ ਰੋਬੋਟਿਕਸ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਿਹਤ ਨਾਲ ਸੰਬੰਧਿਤ ਗੱਲਬਾਤ ਹੁੰਦੀ ਹੈ। ਅੱਜ ਵੀ ਅਸੀਂ ਤੁਹਾਡੀ ਸਿਹਤ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਤੇ ਗੱਲ ਕਰਾਂਗੇ ਗੋਡਿਆਂ ਦੇ ਦਰਦ ਦੀ, ਜੋੜਾਂ ਦੇ ਦਰਦ ਦੀ ਜਾਂ ਫਿਰ ਜੁਆਇੰਟ ਰਿਪਲੇਸਮੈਂਟ ਦੀ। ਜਦੋਂ ਗੋਡੇ ਬਦਲਾਉਣ ਦੇ ਲਈ ਡਾਕਟਰਾਂ ਵੱਲੋਂ ਕਹਿ ਦਿੱਤਾ ਜਾਂਦਾ ਹੈ, ਸੋ ਡਰਨ ਦੀ ਘਬਰਾਉਣ ਦੀ ਇਸ ਦੇ ਵਿੱਚ ਬਿਲਕੁਲ ਵੀ ਲੋੜ ਨਹੀਂ ਹੈ, ਕਿਉਂਕਿ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਤੁਹਾਡੇ ਲਈ ਇਹ ਸੁਖਾਲਾ ਹੋ ਜਾਏਗਾ ਕਿ ਤੁਸੀਂ ਇਹ ਫੈਸਲਾ ਕਰ ਸਕੋ ਕਿ ਜੇ ਤੁਹਾਨੂੰ ਜੁਆਇੰਟ ਰਿਪਲੇਸਮੈਂਟ ਦੇ ਲਈ ਕਹਿ ਦਿੱਤਾ ਗਿਆ ਤਾਂ ਤੁਸੀਂ ਆਪਣੇ ਆਪ ਨੂੰ ਕਿਵੇਂ ਤਿਆਰ ਕਰਨਾ ਹੈ ਤੇ ਬਿਨਾਂ ਕਿਸੇ ਡਰ ਦੇ ਜਾ ਕੇ ਆਪਣੇ ਗੋਡੇ ਤੁਸੀਂ ਸਹੀ ਸਮੇਂ ਦੇ ਉੱਤੇ ਰਿਪਲੇਸ ਕਰਵਾਉਣੇ ਨੇ। ਸੋ ਅੱਜ ਅਸੀਂ ਜਿੱਥੇ ਮੌਜੂਦ ਹੈ ਇਸ ਜਗ੍ਹਾ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ। ਅਸੀਂ ਇਸ ਸਮੇਂ ਬਠਿੰਡਾ ਦੇ ਨਾਗਪਾਲ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਬੈਠੇ ਹਾਂ, ਜਿਹੜਾ ਕਿ ਇਸ ਸਾਲ 2023 ਦੇ ਵਿੱਚ ਰੋਬੋਟਿਕ ਟੈਕਨੋਲੋਜੀ, ਫੁੱਲੀ ਐਕਟਿਵ ਰੋਬੋਟਿਕ ਟੈਕਨੋਲੋਜੀ ਲਿਆਉਣ ਵਾਲਾ ਪਹਿਲਾ ਪੰਜਾਬ ਦਾ ਹਸਪੀਟਲ ਬਣ ਗਿਆ। ਸੋ ਜਿਨ੍ਹਾਂ ਨੇ ਇੰਨੀ ਛੇਤੀ ਮਤਲਬ ਘੱਟ ਸਮੇਂ ਦੇ ਵਿੱਚ ਇਸ ਟੈਕਨੋਲੋਜੀ ਨੂੰ ਲਿਆਂਦਾ ਸੀਗਾ, ਜਦੋਂ 6 ਫਰਵਰੀ ਨੂੰ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਪਹਿਲੀਆਂ 100 ਸਰਜਰੀਜ਼ ਕਰਨ ਦਾ ਅਵਾਰਡ ਵੀ ਹਾਸਲ ਕੀਤਾ ਤੇ ਜਿੰਨੇ ਰਿਜ਼ਲਟ ਆਏ ਉਹਨਾਂ ਨੇ ਸਰਪ੍ਰਾਈਜ਼ ਕਰ ਦਿੱਤਾ। ਇਹ ਤੇ ਗੱਲ ਪਹਿਲਾਂ ਤੋਂ ਕਹੀ ਜਾ ਰਹੀ ਸੀ ਕਿ ਫੁੱਲੀ ਐਕਟਿਵ ਰੋਬੋਟਿਕ ਟੈਕਨੋਲੋਜੀ ਜਿਹੜੀ ਹੈਗੀ ਉਹ ਬਹੁਤ ਹੀ ਜ਼ਿਆਦਾ ਵਧੀਆ ਹੈ। ਇਸ ਦੇ ਨਾਲ ਬਹੁਤ ਸਾਰੇ ਫਾਇਦੇ ਜਿਹੜੇ ਨੇ ਉਹ ਮਿਲਦੇ ਨੇ ਤੇ ਆਪਰੇਸ਼ਨ ਜਿਹੜਾ ਹੈ, ਸਰਜਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਈਜ਼ੀ ਹੋ ਜਾਂਦੀ ਹੈ। ਪਰ ਇਹਦੇ ਰਿਜ਼ਲਟਸ ਨੇ ਉਸ ਦੇ ਉੱਤੇ ਸਟੈਂਪ ਲਗਾ ਦਿੱਤੀ, ਮੋਹਰ ਲਗਾ ਦਿੱਤੀ ਔਰ ਇਹ ਪ੍ਰੂਵ ਕਰ ਦਿੱਤਾ, ਕਿਉਂਕਿ ਹੁਣ ਸਿਰਫ ਡਾਕਟਰ ਸਾਹਿਬ ਦਾ ਨਹੀਂ ਇਹ ਕਹਿਣਾ, ਹਸਪੀਟਲ ਦਾ ਨਹੀਂ ਕਹਿਣਾ, ਹੁਣ ਜਿਹੜੇ ਮਰੀਜ਼ ਇੱਥੋਂ ਠੀਕ ਹੋ ਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਟੈਕਨੋਲੋਜੀ ਹੈ ਇਸ ਦੇ ਨਾਲ ਬਹੁਤ ਸੇਫਲੀ ਗੋਡੇ ਜਿਹੜੇ ਨੇ ਬਦਲੇ ਜਾਂਦੇ ਨੇ ਔਰ ਬਹੁਤ ਜਲਦੀ ਰਿਜ਼ਲਟ ਸਾਹਮਣੇ ਆਉਂਦੇ ਨੇ, ਚੱਲਣ ਫਿਰਨ ਲੋਕੀ ਲੱਗ ਜਾਂਦੇ ਨੇ। ਸੋ ਹਸਪੀਟਲ ਦੇ ਵਿੱਚ ਮੌਜੂਦ ਹੀ ਹੈ ਤਾਂ ਡਾਕਟਰ ਸਾਹਿਬ ਨਾਲ ਗੱਲਬਾਤ ਹੋਏਗੀ। ਮੇਰੇ ਨਾਲ ਡਾਕਟਰ ਪਰਮਪ੍ਰੀਤ ਸਿੰਘ ਨਾਗਪਾਲ ਇੱਥੇ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈ ਦੇਣਾ ਚਾਹਾਂਗਾ, ਇਸੇ ਸਾਲ ਤੁਸੀਂ ਰੋਬੋਟਿਕ ਟੈਕਨੋਲੋਜੀ ਲੈ ਕੇ ਆਏ, ਫੁੱਲੀ ਐਕਟਿਵ ਰੋਬੋਟਿਕ ਟੈਕਨੋਲੋਜੀ, ਕਿਉਂਕਿ ਸੈਮੀ ਐਕਟਿਵ ਤੇ ਚਲੋ ਪਹਿਲਾਂ ਵੀ ਸੀਗੀ ਤੇ ਉਸਦੇ ਨਾਲ ਹੀ ਨਾਲ ਆਉਂਦੇ ਹੀ ਰਿਜ਼ਲਟ ਤਾਂ ਚੰਗੇ ਆਏ ਤਾਂ ਸਭ ਤੋਂ ਵਧੀਆ ਜਿਹੜੀ ਗੱਲ ਹੈ ਕਿ ਪਹਿਲੇ ਹੀ ਦਿਨਾਂ ਦੇ ਵਿੱਚ ਫਾਸਟੈਸਟ 100 ਜਿਹੜੀਆਂ ਸਰਜਰੀਜ਼ ਕਰਨ ਦਾ ਅਵਾਰਡ ਵੀ ਹਸਪੀਟਲ ਨੂੰ ਮਿਲਿਆ। ਜੀ ਬਿਲਕੁਲ। ਸੋ ਉਸ ਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਸੋ ਕੀ ਕਹਿਣਾ ਹੁਣ ਜਿਹੜੇ ਸਾਡੇ ਪੇਸ਼ੈਂਟਸ ਨੇ ਜਿਹੜੇ ਕਿ ਠੀਕ ਹੋ ਕੇ ਚਲੇ ਗਏ ਤੇ ਫੈਮਿਲੀ ਬਣ ਜਾਂਦੇ ਨੇ, ਉਹਨਾਂ ਦਾ ਕੀ ਕਹਿਣਾ ਇਸ ਬਾਰੇ? ਜੀ ਬਿਲਕੁਲ। ਦੇਖੋ, ਸਾਰੀ ਇਨਕਰੇਜਮੈਂਟ ਸਾਰੇ ਪੇਸ਼ੈਂਟਸ ਦੇ ਥਰੂ ਹੀ ਮਿਲੀ ਸੀ। ਜਿਹੜੀ ਆਪਣੀ ਸੋਚ ਸੀਗੀ ਕਿ ਇਸ ਏਰੀਏ ਨੂੰ ਜਿਹੜਾ ਕਿ ਪਹਿਲੇ ਤੋਂ ਥੋੜ੍ਹਾ ਪਿਛੜਿਆ ਹੋਇਆ ਮੰਨਿਆ ਜਾਂਦਾ ਹੈ, ਬਠਿੰਡੇ ਦਾ ਏਰੀਆ, ਮਾਲਵਾ ਰੀਜਨ, ਉਸ ਨੂੰ ਅਸੀਂ ਹੈਲਥ ਕੇਅਰ ਦੇ ਪਰਪਸ ਨਾਲ ਵੱਧ ਤੋਂ ਵੱਧ ਐਡਵਾਂਸ ਲੈ ਕੇ ਆਈਏ। ਤਾਂ ਇਹ ਸੋਚ ਨਾਲ ਅਸੀਂ ਰੋਬੋਟਿਕ ਸਰਜਰੀ ਇੱਥੇ ਲੈ ਕੇ ਆਏ ਸੀ, ਫੁੱਲੀ ਐਕਟਿਵ ਨੀ ਰਿਪਲੇਸਮੈਂਟ ਦੇ ਲਈ। ਅਤੇ ਪੇਸ਼ੈਂਟਸ ਪੇਸ਼ੈਂਟਸ ਦੇ ਰਿਜ਼ਲਟਸ ਨੇ, ਉਹਨਾਂ ਦੀ ਸਪੋਰਟ ਨੇ ਸਾਨੂੰ ਇੰਡੀਆ ਦੇ ਵਿੱਚ ਫਾਸਟੈਸਟ 200 ਸਰਜਰੀਜ਼ ਦਾ ਇੱਕ ਖਿਤਾਬ ਲੈ ਕੇ ਦਿੱਤਾ ਹੈਗਾ। ਇਹ ਉਹਨਾਂ ਦੇ ਸਾਰਿਆਂ ਦੇ ਵਿਸ਼ਵਾਸ ਦੇ ਨਾਲ ਹੀ ਹੈ, ਪਲੱਸ ਜਿਹੜੇ ਰਿਜ਼ਲਟਸ ਸਾਨੂੰ ਬਹੁਤ ਅੱਛੇ ਮਿਲ ਰਹੇ ਨੇ, ਇਹਦੇ ਕਰਕੇ ਉਹਦਾ ਵੀ ਵਰਡ ਆਫ ਮਾਊਥ ਨਾਲ ਸਪਰੈਡ ਹੋ ਰਿਹਾ ਹੈਗਾ। ਤਾਂ ਇਹੀ ਮੈਂ ਸਾਰਿਆਂ ਨੂੰ ਇੱਕ ਤਾਂ ਸਪੈਸ਼ਲ ਥੈਂਕਸ ਕਰਨਾ ਚਾਹੂੰਗਾ, ਬਿਕੋਜ਼ ਸਾਡੇ ਜਿਹੜੇ ਪਹਿਲੇ ਮਰੀਜ਼ ਸੀਗੇ ਉਹ ਕੈਨੇਡਾ ਤੋਂ ਹੀ ਆਏ ਸੀਗੇ। ਅੱਛਾ ਜੀ। ਤਾਂ ਉਹ ਤਾਂ ਹੀ ਇੱਕ ਸਪੈਸ਼ਲ ਹੈਗਾ ਕਿ ਜਿਹੜੇ ਸਾਡੇ ਪੰਜਾਬੀ ਵੀਰ ਉੱਥੇ ਬੈਠੇ ਹੈਗੇ ਨੇ, ਉਹਨਾਂ ਨੂੰ ਵੀ ਜਿਹੜੀ ਬੈਸਟ ਫੈਸਿਲਿਟੀਜ਼ ਅਸੀਂ ਇੱਥੇ ਦੇ ਸਕਦੇ ਹਾਂ ਐਟ ਅ ਬੈਟਰ ਪ੍ਰਾਈਸ। ਐਂਡ ਜਿਹੜਾ ਇੱਕ ਸਾਡਾ ਉਪਰਾਲਾ ਸੀਗਾ ਕਿ ਅਸੀਂ ਇਹਦੀ ਇੱਕ ਪ੍ਰਾਈਸ ਬਾਕੀ ਸਾਰੇ ਪੰਜਾਬ ਨਾਲੋਂ, ਦਿੱਲੀ ਰੀਜਨ ਨਾਲੋਂ ਬਹੁਤ ਹੀ ਨੋਮੀਨਲ ਰੱਖੀਏ, ਚਾਹੇ ਜ਼ਿਆਦਾ ਐਡਵਾਂਸ ਟੈਕਨੋਲੋਜੀ ਹੈ। ਦੈਟ ਹੈਜ਼ ਆਲਸੋ ਪੇਡ, ਬਿਕੋਜ਼ ਵੱਧ ਤੋਂ ਵੱਧ ਲੋਕ ਇਹਦਾ ਉਪਯੋਗ ਕਰ ਪਾ ਰਹੇ ਨੇ। ਹੁਣ 5 ਮੰਥਸ ਦੇ ਵਿੱਚ ਅਸੀਂ ਮੋਰ ਦੈਨ 250 ਰੋਬੋਟਿਕ ਸਰਜਰੀਜ਼ ਆਲਰੇਡੀ ਕਰ ਚੁੱਕੇ ਹੈਗੇ ਹਾਂ ਵਿਦ 100% ਐਕੂਰੇਸੀ, 100% ਰਿਜ਼ਲਟਸ। ਅਤੇ ਬਹੁਤ ਹੀ ਖੁਸ਼ੀ ਮਿਲਦੀ ਹੈ ਕਿ ਜਦੋਂ ਇੱਕ ਵੱਡਾ ਸਟੈਪ ਹਸਪੀਟਲ ਨੇ ਚੱਕਿਆ ਸੀਗਾ, ਪੇਸ਼ੈਂਟਸ ਨੇ ਵੀ ਉਸ ਦੇ ਵਿੱਚ ਉਹਨਾਂ ਹੀ ਵਿਸ਼ਵਾਸ ਜਤਾ ਕੇ ਇਸ ਨੂੰ ਇੱਕ ਮੋਹਰ ਲਗਾ ਦਿੱਤੀ ਹੈ ਕਿ ਹਾਂਜੀ ਇਹ ਕੰਮ ਡੈਫੀਨੇਟਲੀ ਇੱਕ ਮੈਨੂਅਲ ਟੈਕਨੀਕ ਨਾਲੋਂ ਜਾਂ ਇੱਕ ਜਿਹੜੇ
ਸੈਮੀ ਐਕਟਿਵ ਰੋਬੋਟਿਕ ਟੈਕਨੋਲੋਜੀ ਚੱਲ ਰਹੀਆਂ ਨੇ ਉਸ ਤੋਂ ਬੈਟਰ ਹੈਗਾ, ਉਸ ਤੋਂ ਕਿਤੇ ਜ਼ਿਆਦਾ ਬੈਟਰ ਹੈ। ਇਹ ਵੀ ਬਹੁਤ ਜ਼ਰੂਰੀ ਹੈ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਪੇਸ਼ੈਂਟਸ ਵੀ ਜਿਹੜੇ ਭਰੋਸਾ ਦਿਖਾਣ। ਅੱਛਾ, ਇਹ ਭਰੋਸਾ ਕੋਈ ਇਹ ਨਹੀਂ ਹੈ ਕਿ ਇਹ ਟੈਕਨੋਲੋਜੀ ਆਈ ਹੈ ਉਸ ਦੇ ਉੱਤੇ ਹੈ, ਇਹ ਤੇ ਭਰੋਸਾ ਤੁਹਾਡੇ ਉੱਤੇ ਹੀ ਆ, ਹਸਪੀਟਲ ਦੇ ਉੱਤੇ ਪਹਿਲਾਂ ਤੋਂ ਬਣਿਆ ਹੋਇਆ। ਤਾਂ ਜਿਹੜੇ ਪਹਿਲਾਂ ਵੀ ਰਿਜ਼ਲਟ ਸੀਗੇ ਉਹ ਚੰਗੇ ਹੁੰਦੇ ਸੀ, ਪਰ ਤੁਸੀਂ ਹੋਰ ਬੈਟਰਮੈਂਟ ਦੇ ਲਈ ਨਿਊ ਟੈਕਨੋਲੋਜੀ ਨੂੰ, ਐਡਵਾਂਸ ਟੈਕਨੋਲੋਜੀ ਨੂੰ ਇੰਟਰੋਡਿਊਸ ਕੀਤਾ। ਸੋ ਹੁਣ ਤੁਸੀਂ ਦੱਸ ਰਹੇ ਹੋ ਕਿ ਕਰੀਬ 250 ਦੇ ਕਰੀਬ ਜਿਹੜੀਆਂ ਸਰਜਰੀਜ਼ ਹੋ ਚੁੱਕੀਆਂ, ਉਹਨਾਂ ਪੇਸ਼ੈਂਟਸ ਦੇ ਵੀ ਵੱਖ-ਵੱਖ ਤਜਰਬੇ ਰਹੇ ਹੋਣਗੇ। ਜਿਵੇਂ ਤੁਸੀਂ ਦੱਸ ਰਹੇ ਹੋ ਕਿ ਐਕਿਊਰੇਸੀ ਬਹੁਤ ਜ਼ਿਆਦਾ ਵਧੀ ਹੈ, ਤਾਂ ਕੀ ਐਸਾ ਡਿਫਰੈਂਸ ਸਪੈਸ਼ਲ ਫੀਲ ਕੀਤਾ ਤੁਸੀਂ ਇਸ ਸਾਰੇ, ਕਿਉਂਕਿ ਤਜਰਬਾ ਵੀ ਹੁੰਦਾ ਇੱਕ ਜੀ ਬਿਲਕੁਲ, ਤਾਂ ਕੀ ਵੱਖਰਾ ਮਹਿਸੂਸ ਕੀਤਾ ਤੁਸੀਂ ਜੋ ਤੁਹਾਨੂੰ ਸਰਜਰੀਜ਼ ਦੌਰਾਨ ਪਤਾ? ਜਦੋਂ ਅਸੀਂ ਇਹ ਟੈਕਨੋਲੋਜੀ ਲੈ ਕੇ ਆਏ ਸੀਗੇ, ਸਾਨੂੰ ਇਹ ਸੀਗਾ ਕਿ ਆਪਰੇਸ਼ਨ ਦੀ ਜਿਹੜੀ ਐਕਿਊਰੇਸੀ ਹੈ ਦੈਟ ਵਿਲ ਇਨਕਰੀਜ਼, ਉਹ ਬਿਹਤਰ ਹੋਏਗੀ, ਬਟ ਪੇਸ਼ੈਂਟ ਦੇ ਆਊਟਕਮਸ ਤੇ ਸਾਨੂੰ ਹਜੇ ਕਹ ਲਓ ਨਾ ਐਕਸਪੈਕਟੇਸ਼ਨਸ ਕੁਝ ਸੀਗੀਆਂ, ਬਟ ਉਸ ਤੋਂ ਵੀ ਉੱਪਰ ਉਹ ਐਕਸਪੈਕਟੇਸ਼ਨਸ ਹੋਈਆਂ, ਬਿਕੋਜ਼ ਮਰੀਜ਼ ਜਿਹੜੇ ਪਹਿਲੇ 10ਵੇਂ 12ਵੇਂ ਮਰੀਜ਼ ਤੋਂ ਹੀ ਪੇਸ਼ੈਂਟ ਸਾਨੂੰ ਕਹਿਣ ਲੱਗ ਗਏ ਜੀ ਤੁਸੀਂ ਸਾਨੂੰ ਕਿਉਂ ਕਹਿ ਰਹੇ ਹੋ ਕਿ ਵਾਕਰ ਪਕੜ ਕੇ ਚੱਲੀਏ, ਅਸੀਂ ਸੈਕਿੰਡ ਡੇ ਥਰਡ ਡੇ ਇੱਦਾਂ ਕੌਨਫੀਡੈਂਟ ਫੀਲ ਕਰ ਰਹੇ ਹਾਂ, ਸਾਨੂੰ ਪੇਨ ਨਹੀਂ ਹੈਗੀ ਹੈ, ਸਾਡਾ ਬੈਲੈਂਸ ਅੱਛਾ ਹੈ, ਸਾਨੂੰ ਨਹੀਂ ਫੀਲ ਹੋ ਰਿਹਾ ਕਿ ਗੋਡਾ ਬਦਲਿਆ ਗਿਆ, ਤਾਂ ਜ਼ਿਆਦਾ ਨੈਚੁਰਲ ਫੀਲ ਆ ਰਹੀ ਹੈ। ਇਹਨਾਂ ਸਾਰੀਆਂ ਚੀਜ਼ਾਂ ਕਰਕੇ ਵਾਕਰ ਦੀ ਵੀ ਲੋੜ ਨਹੀਂ ਹੈ, ਤੇ ਪੇਸ਼ੈਂਟਸ ਤੋਂ ਹੀ ਸਾਨੂੰ ਇਹ ਪਤਾ ਲੱਗਿਆ ਕਿ ਅਸੀਂ ਵਾਕਰ ਨਹੀਂ ਪਕੜਨਾ ਚਾਹੁੰਦੇ ਹਾਂ, ਲੈਟ ਅਸ ਵਾਕ ਵਿਦਆਊਟ ਸਪੋਰਟ। ਤੇ ਹੁਣ ਤੁਹਾਡੇ 90% ਪੇਸ਼ੈਂਟਸ ਜਿਨ੍ਹਾਂ ਦੀ ਅਸੀਂ ਭਾਵੇਂ ਇੱਕ ਗੋਡਾ ਕਰੀਏ ਭਾਵੇਂ ਦੋਵੇਂ ਕਰੀਏ, ਥਰਡ ਡੇ ਤੋਂ ਬਿਨਾਂ ਸਪੋਰਟ ਦੇ ਤੁਰਨ ਫਿਰਨ ਲੱਗ ਜਾਂਦੇ ਨੇ। ਸੋ ਦੈਟ ਵਾਜ਼ ਐਨ ਆਈ ਓਪਨਰ ਫॉर ਅਸ ਕਿ ਅਸੀਂ ਹਮੇਸ਼ਾ ਇਹ ਸੋਚਦੇ ਸੀ ਨੀ ਰਿਪਲੇਸਮੈਂਟ ਤੋਂ ਪਹਿਲੇ 2 ਹਫ਼ਤੇ ਥੋੜਾ ਵਾਕਰ ਜਾਂ ਕੋਈ ਸਪੋਰਟ ਦੀ ਲੋੜ ਪੈਂਦੀ ਹੈ, ਬਟ ਪੇਸ਼ੈਂਟਸ ਨੇ ਸਾਨੂੰ ਇਸ ਬਾਰੇ ਰੋਸ਼ਨੀ ਪਾਈ ਕਿ ਹਾਂਜੀ ਸਾਨੂੰ ਉਹਦੀ ਲੋੜ ਮਹਿਸੂਸ ਨਹੀਂ ਹੋ ਰਹੀ, ਤੁਸੀਂ ਸਾਨੂੰ ਕਿਉਂ ਬਾਈਂਡ ਕਰ ਰਹੇ ਹੋ ਇਹਨਾਂ ਚੀਜ਼ਾਂ। ਸੋ ਦੈਟ ਵਾਜ਼ ਅ ਗੁੱਡ ਸਰਪ੍ਰਾਈਜ਼ ਫॉर ਅਸ ਕਿ ਸਾਨੂੰ ਵੀ ਪਤਾ ਲੱਗਿਆ ਕਿ ਹਾਂਜੀ ਇਹਦੇ ਨਾਲ ਕਿਉਂਕਿ ਅਸੀਂ ਮਸਲਸ ਨੂੰ ਚੀਰ-ਫਾੜ ਨਹੀਂ ਕਰ ਰਹੇ ਹੈਗੇ ਹਾਂ ਤਾਂ ਇਹਦੇ ਵਿੱਚ ਰਿਕਵਰੀ ਫਾਸਟਰ ਹੈ, ਤੇ ਕਿਉਂਕਿ ਅਸੀਂ CT ਬੇਸਡ ਪਲੈਨਿੰਗ ਕਰ ਪਾਉਂਦੇ ਹਾਂ, ਆਪਰੇਟ ਤੋਂ ਪਹਿਲੇ ਹੀ ਅਸੀਂ ਵਰਚੁਅਲ ਸਰਜਰੀ ਕੰਪਿਊਟਰ ਤੇ ਕਰ ਲੈਂਦੇ ਹਾਂ, ਜਿਹਦੇ ਵਿੱਚ ਗੋਡਾ ਕਿਹੜਾ ਪੈਣਾ ਹੈ, ਕਿੰਨੇ MM ਬੋਨ ਰਿਮੂਵ ਹੋਣੀ ਹੈ, ਕਿਹੜੇ ਐਂਗਲ ਤੇ ਫਿੱਟ ਹੋਣਾ ਹੈ, ਇਹ ਸਾਰਾ ਕੁਝ ਅਸੀਂ 3D ਮਾਡਲ ਤੇ ਆਪਰੇਸ਼ਨ ਤੋਂ ਪਹਿਲੇ ਕਰ ਲੈਂਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਨਾਲ ਕੀ ਹੈ ਕਿ ਜਿਹੜੀ ਗੋਡੇ ਦੀ ਪਲੇਸਮੈਂਟ ਹੈ ਉਹ ਅਸੀਂ ਇੱਕ ਜਿਹੜੀ ਗੋਡੇ ਦੀ ਨਾਰਮਲ ਸ਼ੇਪ ਹੈ ਉਹਦੇ ਅਕੋਰਡਿੰਗਲੀ ਐਗਜ਼ੈਕਟਲੀ ਹੂਬਹੂ ਮੈਚ ਕਰਕੇ ਕਰ ਪਾਉਂਦੇ ਹਾਂ, ਤਾਂ ਇਸੇ ਨਾਲ ਹੀ ਪੇਸ਼ੈਂਟ ਨੂੰ ਇੱਕ ਨੈਚੁਰਲ ਫੀਲ ਆ ਰਹੀ ਹੈ, ਬਿਕੋਜ਼ ਉਹਦੇ ਅੰਦਰ ਦੀ ਜਿਹੜੀ ਇੱਕ ਸਟਰਕਚਰ ਹੈ ਉਹ ਬਿਲਕੁਲ ਚੇਂਜ ਨਹੀਂ ਹੋਇਆ, ਜਿਹੜੇ ਹਿਸਾਬ 'ਚ ਪਹਿਲੇ ਗੋਡਾ ਸੀ ਉਸੇ ਐਂਗਲ ਤੇ ਦੁਬਾਰਾ ਫਿੱਟ ਹੋ ਗਿਆ। ਐਂਡ ਦਿਸ ਕੈਨ ਓਨਲੀ ਬੀ ਡਨ ਵਿਦ ਫੁੱਲੀ ਐਕਟਿਵ ਰੋਬੋਟਿਕਸ। ਜਿਹੜੀ ਇਹ ਨੈਚੁਰਲ ਫੀਲ ਹੈ ਦੈਟ ਇਜ਼ USP ਕਹਿ ਸਕਦੇ ਹਾਂ ਆਪਾਂ ਜਿਹੜੀ ਫੁੱਲੀ ਐਕਟਿਵ ਰੋਬੋਟਿਕਸ ਦੀ ਹੈ, ਕਿਉਂਕਿ ਅਸੀਂ ਪਹਿਲੇ ਹੀ ਗੋਡੇ ਦੀ ਪਲੇਸਮੈਂਟ ਡਿਸਾਈਡ ਕਰ ਲੈਂਦੇ ਹਾਂ 0.5 ਮਿਲੀਮੀਟਰ ਦੇ ਜਿਹੜੇ ਐਰਰ ਦੇ ਨਾਲ, ਤੇ ਇਹਦੇ ਨਾਲ ਕੀ ਹੈ ਕਿ ਇੰਨੀ ਐਕਿਊਰੇਸੀ ਹੈਗੀ ਹੈ ਤੇ ਨੈਚੁਰਲ ਫੀਲ ਆ ਰਹੀ ਹੈਗੀ ਹੈ, ਪੇਸ਼ੈਂਟ ਫੀਲਸ ਮੋਰ ਕੰਫਰਟੇਬਲ, ਮੋਰ ਨੈਚੁਰਲ। ਸੈਕਿੰਡ ਥਰਡ ਡੇ ਲੋਕਾਂ ਦਾ ਜਦੋਂ ਬੈੱਡ ਤੋਂ ਬਾਹਰ ਨਿਕਲਣ ਦਾ ਇੱਕ ਤਰੀਕਾ ਹੁੰਦਾ ਹੈ, ਨੋਰਮਲੀ ਜਦੋਂ ਅਸੀਂ ਆਪਰੇਟ ਪਹਿਲੇ ਦੇਖਦੇ ਸੀ ਤਾਂ ਥੋੜਾ ਜਿਹਾ ਸੋਰ ਫੀਲ ਕਰਦੇ ਸੀਗੇ, ਡਜ਼ ਇੰਪਰੂਵ ਵਿਦ ਟਾਈਮ, 3-4 ਹਫ਼ਤੇ ਲੱਗ ਜਾਂਦੇ ਸੀ, ਬਟ ਇਹਦੇ ਨਾਲ ਸੈਕਿੰਡ ਥਰਡ ਡੇ ਤੋਂ ਪੇਸ਼ੈਂਟ ਇਸ ਤਰੀਕੇ ਨਾਲ ਬੈੱਡ ਚੋਂ ਨਿਕਲਦਾ ਜਿਵੇਂ ਆਪਰੇਸ਼ਨ ਨਾ ਹੋਇਆ। ਸੋ ਕਈ ਤਰ੍ਹਾਂ ਦੇ ਫਾਇਦੇ ਹੋ ਗਏ ਨਾ, ਦੇਖੋ ਇੱਕ ਤੇ ਚੀਰ ਫਾੜ ਘਟ ਗਈ, ਤੇ ਉਸ ਤੋਂ ਬਾਅਦ ਬਲੱਡ ਲਾਸ ਘਟ ਗਿਆ, ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਸਰਜਰੀ ਦਾ ਟਾਈਮ ਹੈ ਆਈ ਥਿੰਕ ਉਹ ਰਿਡਿਊਸ ਹੋ ਗਿਆ, ਸਰਜਰੀ ਟਾਈਮ ਨੀਅਰਲੀ ਸੇਮ ਰਹਿ ਰਿਹਾ ਹੈਗਾ। ਅੱਛਾ, ਉਹ ਸੇਮ, ਦੈਟ ਇਜ਼ ਆਲਸੋ ਐਨ ਅਚੀਵਮੈਂਟ, ਬਿਕੋਜ਼ ਨਾਰਮਲ ਸਰਜਰੀ ਬਿਲਕੁਲ ਸਾਰਾ ਕੁਝ ਹੱਥ ਦੇ ਨਾਲ ਕਰਦੇ ਆ, ਇਹਦੇ ਵਿੱਚ ਕੀ ਹੈ ਕਿ ਐਕਸਟਰਾ ਇਨਫੋਰਮੇਸ਼ਨ ਸਾਨੂੰ ਇੰਨੀ ਮਿਲ ਰਹੀ ਹੈ ਕਿ ਅਸੀਂ ਆਪਰੇਟ ਕਰਨ ਤੋਂ ਪਹਿਲਾਂ ਸਾਨੂੰ ਇੱਕ ਤਾਂ ਪਤਾ ਕਿਹੜਾ ਇੰਪਲਾਂਟ ਹੈ, ਗੈਪਸ ਜਿਵੇਂ ਹੁੰਦੇ ਗੋਡੇ ਦੇ ਵਿੱਚ ਸਿੱਧਾ ਤੇ ਜਦੋਂ ਇਕੱਠਾ ਕਰਦੇ ਆ ਉਹਦੇ ਗੈਪਸ ਤਾਂ ਸਾਨੂੰ ਆਪਰੇਟ ਕਰਨ ਤੋਂ ਪਹਿਲਾਂ ਹੀ ਪਤਾ ਚੱਲ ਰਿਹਾ, ਤਾਂ ਬਿਫੋਰ ਅਸੀਂ ਹੱਡੀ ਨੂੰ ਹੱਥ ਲਗਾਈਏ ਉਦੋਂ ਤੱਕ ਸਾਡੇ ਕੋਲ ਪਲਾਨ ਹੁੰਦਾ ਹੈ ਕਿ ਜਦੋਂ ਅਸੀਂ ਸਰਜਰੀ ਖਤਮ ਕਰਾਂਗੇ ਤਾਂ ਸਾਡਾ ਕੀ ਗੋਡੇ ਦੀ ਪਲੇਸਮੈਂਟ ਹੋਏਗੀ, ਤੇ ਸਾਰਾ ਕੁਝ ਇੰਨੀ ਇਨਫੋਰਮੇਸ਼ਨ ਮਿਲ ਕੇ ਵੀ ਸੇਮ ਟਾਈਮ ਦੇ ਵਿੱਚ ਰੋਬੋਟਿਕ ਸਰਜਰੀ ਕਰ ਦੇਣਾ। ਇਟ ਟੇਕਸ ਅਰਾਊਂਡ 45 ਮਿੰਟਸ। ਅੱਛਾ, ਸ਼ੁਰੂਆਤੀ ਦੌਰ ਦੇ ਵਿੱਚ ਜ਼ਰੂਰ 1.5-2 ਘੰਟੇ ਲੱਗਦੇ ਸੀਗੇ, ਬਟ ਹੁਣ ਸਾਰੀ ਟੀਮ ਨੂੰ ਵੀ ਇਹਦੀ ਆਦਤ ਪੈ ਗਈ ਹੈ, ਰੋਬੋਟ ਨੂੰ ਅਸੀਂ ਸਮਝ ਗਏ ਹਾਂ, ਰੋਬੋਟ ਸਾਨੂੰ ਸਮਝ ਗਿਆ, ਇੱਕ ਦੂਜੇ ਦੀ ਫੀਲਿੰਗ ਸਮਝ ਰਹੇ ਹਾਂ ਅਸੀਂ, ਤਾਂ ਕਹਿ ਲਓ ਨਾ ਜਿਹੜੀ ਮਾਈਨਰ ਇਸ਼ੂ ਸੀਗੇ ਉਹ ਸਾਰੇ ਸੌਟ ਆਊਟ ਹੁੰਦੇ ਹੁਣ ਅਸੀਂ 45 ਮਿੰਟਸ ਦੇ ਵਿੱਚ ਇੱਕ ਨਹੀਂ ਕਰ ਲੈਂਦੇ ਹੈਗੇ ਆ, ਵਿਚ ਇਜ਼ ਇਕੁਅਲ ਟੂ ਦਾ ਟਾਈਮ ਜਿਹੜਾ ਇੱਕ ਨਾਰਮਲ ਸਰਜਰੀ ਵੇਲੇ ਲੱਗਦਾ ਹੈ। ਰਾਈਟ, ਤਾਂ ਇਹ ਵੀ ਇੱਕ ਅਚੀਵਮੈਂਟ ਹੈ ਕਿ ਇੰਨੀ ਐਕਸਟਰਾ ਇਨਫੋਰਮੇਸ਼ਨ 100% ਐਕਿਊਰੇਸੀ ਕਰਕੇ ਵੀ ਅਸੀਂ ਜਿਹੜਾ ਇੰਨਾ ਅਰਲੀ ਟਾਈਮ ਦੇ ਵਿੱਚ ਐਜ਼ ਗੁੱਡ ਐਜ਼ ਇੱਕ ਨਾਰਮਲ ਸਰਜਰੀ ਦੇ ਟਾਈਮ ਦੇ ਵਿੱਚ ਵੀ ਅਸੀਂ ਰੋਬੋਟਿਕ ਦੇ ਨਾਲ ਕਰ ਪਾ ਰਹੇ ਹੈਗੇ। ਖੈਰ ਦਰਸ਼ਕਾਂ ਨੂੰ ਇਹ ਵੀ ਦੱਸਾਂਗੇ ਕਿ ਕਿੱਦਾਂ ਦੀ ਜਿਹੜੀ ਸਰਜਰੀਜ਼ ਨੇ, ਮਤਲਬ ਕਿਸ ਤਰੀਕੇ ਦੇ ਪੇਸ਼ੈਂਟਸ ਨੂੰ ਟਰੀਟ ਕੀਤਾ ਜਾ ਸਕਦਾ ਇਸ ਦੇ ਵਿੱਚ, ਪਰ ਉਸ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਜਿਹੜੇ ਦਰਸ਼ਕ ਸਾਨੂੰ ਹੁਣ ਦੇਖ ਰਹੇ ਨੇ ਜਿਨ੍ਹਾਂ ਨੂੰ ਫੁੱਲੀ ਐਕਟਿਵ ਰੋਬੋਟਿਕ ਟੈਕਨੋਲੋਜੀ ਬਾਰੇ ਨਹੀਂ ਪਤਾ, ਉਹਨਾਂ ਨੂੰ ਥੋੜ੍ਹਾ ਜਿਹਾ ਇਸ ਦੇ ਬਾਰੇ ਦੱਸ ਦਿੰਦੇ ਹਾਂ। ਸੋ ਡਾਕਟਰ ਸਾਹਿਬ, ਫੁੱਲੀ ਐਕਟਿਵ ਰੋਬੋਟਿਕ ਟੈਕਨੋਲੋਜੀ ਹੈ ਕੀ ਹੈ ਐਗਜ਼ੈਕਟਲੀ? ਜੀ, ਫੁੱਲੀ ਐਕਟਿਵ ਰੋਬੋਟਿਕ ਟੈਕਨੋਲੋਜੀ QVIS ਰੋਬੋਟ ਦਾ ਨਾਮ ਹੈਗਾ ਜੀ। ਕਿਊਰੈਕਸੋ ਕੰਪਨੀ ਹੈ, ਇਹ ਮੈਕਸ ਮੈਰਲ ਦੀ ਕੋਲੈਬੋਰੇਸ਼ਨ ਜਿਹੜੀ ਅਮਰੀਕਨ ਕੰਪਨੀ ਹੈ ਉਹਦੇ ਨਾਲ
ਇੰਡੀਆ ਦੇ ਵਿੱਚ 2020 ਦੇ ਵਿੱਚ ਇਸ ਰੋਬੋਟ ਨੂੰ ਲੈ ਕੇ ਆਏ ਸੀਗੇ। ਸੋ ਫॉर द ਲਾਸਟ 3 ਇਅਰਸ ਇਹਦੇ ਨਾਲ ਇੱਥੇ ਇੰਡੀਆ ਦੇ ਵਿੱਚ ਮੋਰ ਦੈਨ 10,000 ਸਰਜਰੀਜ਼ ਕੀਤੀਆਂ ਜਾ ਚੁੱਕੀਆਂ ਨੇ ਆਲਰੇਡੀ। ਐਂਡ ਆਪਣੇ ਸੈਂਟਰ ਦੇ ਵਿੱਚ ਹੀ ਹੁਣ ਅਸੀਂ 6 ਮਹੀਨੇ ਦੇ ਵਿੱਚ ਮੋਰ ਦੈਨ 250 ਸਰਜਰੀਜ਼ ਕਰ ਚੁੱਕੇ ਹੈਗੇ ਹਾਂ। ਇਸ ਦੇ ਵਿੱਚ ਕੀ ਹੈ ਕਿ ਪਹਿਲੇ ਪੇਸ਼ੈਂਟ ਜਦੋਂ ਸਾਡੇ ਕੋਲ ਆਉਂਦਾ ਹੈ ਅਸੀਂ ਉਹਨਾਂ ਦੇ ਲੈਗਸ ਦਾ ਪੂਰਾ CT ਸਕੈਨ ਕਰਦੇ ਹਾਂ ਜੀ। ਸਪੈਸ਼ਲ ਕੰਪਿਊਟਰ ਸੌਫਟਵੇਅਰ ਦੇ ਵਿੱਚ ਜਦੋਂ CT ਸਕੈਨਸ ਪਾਉਂਦੇ ਹਾਂ ਤਾਂ ਬੋਨ ਦੇ ਡਿਫਰੈਂਟ ਪੁਆਇੰਟਸ ਜਿਵੇਂ ਚੂਲੇ ਦਾ ਸੈਂਟਰ, ਗੋਡੇ ਦੇ ਡਿਫਰੈਂਟ ਪੁਆਇੰਟਸ, ਐਂਕਲ ਦਾ ਡਿਫਰੈਂਟ ਪੁਆਇੰਟਸ ਅਸੀਂ ਮਾਰਕ ਕਰਕੇ ਇੱਕ ਪ੍ਰੀ ਪਲਾਨ ਬਣਾ ਲੈਂਦੇ ਹਾਂ। ਉਸ ਪ੍ਰੀ ਪਲਾਨ ਦੇ ਵਿੱਚ ਗੋਡੇ ਦੀ ਪਲੇਸਮੈਂਟ ਕਿਸ ਥਾਂ 'ਤੇ ਕਰਨੀ ਹੈਗੀ ਹੈ ਉਹ ਅਸੀਂ ਐਕੂਰੇਟਲੀ 0.5 mm ਦੇ ਐਕੂਰੇਸੀ ਤੱਕ ਉਹਨੂੰ ਫਿਟ ਕਰ ਪਾਉਂਦੇ ਹਾਂ ਜੀ। ਤਾਂ ਇੱਕ ਵਰਚੁਅਲ ਸਰਜਰੀ ਅਸੀਂ ਪਹਿਲੇ ਕਰ ਲਈ ਤਾਂ ਸਾਡੀ ਤਿਆਰੀ ਪੂਰੀ ਹੈਗੀ ਹੈ ਆਪਰੇਸ਼ਨ ਦੀ। ਸਾਨੂੰ ਕੋਈ ਸਰਪ੍ਰਾਈਜ਼ਸ ਨਹੀਂ ਮਿਲਦੇ ਅੰਦਰ ਕਿ ਜਾ ਕੇ ਕਿਹੜਾ ਸਾਈਜ਼ ਹੈ, ਕੀ ਅੰਦਰ ਕਰਨਾ ਹੈਗਾ, ਕਿੰਨੀ ਬੋਨ ਰਿਮੂਵ ਕਰਨੀ, ਉਹ ਸਾਰਾ ਕੁਝ ਸਾਡਾ ਪਲਾਨ ਪਹਿਲੇ ਇੱਕ ਦਿਨ ਹੋ ਗਿਆ। ਸਾਡਾ ਰੋਲ ਜ਼ਰੂਰ ਵਧਿਆ ਹੈਗਾ ਬਟ ਉਹ ਜਿਹੜੀ ਇਹ ਐਕੂਰੇਸੀ ਅਸੀਂ ਪੇਸ਼ੈਂਟ ਨੂੰ ਦੇ ਪਾ ਰਹੇ ਹਾਂ ਉਹਦੇ ਲਈ ਐਨੀ ਟਾਈਮ ਅਸੀਂ ਜਿਹੜਾ ਮਰਜ਼ੀ ਐਕਸਟਰਾ ਟਾਈਮ ਲਗਾਈਏ ਦੈਟ ਇਜ਼ ਵਰਥ ਇਟ। ਤਾਂ ਜਦੋਂ ਅਸੀਂ ਪ੍ਰੀ ਪਲੈਨਿੰਗ ਨਾਲ ਇੱਕ ਪਹਿਲੇ ਡਿਸਾਈਡ ਕਰਕੇ ਗੋਡੇ ਦੀ ਪਲੇਸਮੈਂਟ ਦਾਰੇ ਦੇਖ ਕੇ ਆਪਰੇਟ ਕਰਨਾ ਸ਼ੁਰੂ ਕਰਦੇ ਹਾਂ ਜੀ, ਉਸ ਤੋਂ ਬਾਅਦ ਇੰਟਰਾ op ਐਡਜਸਟਮੈਂਟ ਆਫ ਪਲਾਨ ਦੀ ਵੀ ਇਹਦੇ ਵਿੱਚ ਆਪਸ਼ਨ ਹੈ। ਅੱਛਾ, ਅਸੀਂ ਜਦੋਂ ਪਲਾਨ ਨੂੰ ਕੰਪਿਊਟਰ ਦੇ ਵਿੱਚ ਫੀਡ ਕਰਤਾ ਰੋਬੋਟ ਦੇ ਵਿੱਚ ਐਂਡ ਜਦੋਂ ਅਸੀਂ ਗੋਡਾ ਖੋਲ ਕੇ ਉਹਦੇ ਵਿੱਚ ਉਹਨੂੰ ਰੀਅਲਾਈਨ ਕਰਦੇ ਹਾਂ, ਮਤਲਬ 3D ਅਲਾਈਨਮੈਂਟ ਰੋਬੋਟ ਦੀ ਰੀਅਲ ਟਾਈਮ ਗੋਡੇ ਦੇ ਨਾਲ ਕੀਤੀ ਜਾਂਦੀ ਹੈ। ਤਾਂ ਆਪਟੀਕਲ ਟਰੈਕਿੰਗ ਸਿਸਟਮ ਦੇ ਥਰੂ ਗੋਡੇ ਨੂੰ ਅਸੀਂ ਫਿਰ ਕੰਪਿਊਟਰ ਸਕਰੀਨ 'ਤੇ ਦੇਖ ਪਾਉਂਦੇ ਹਾਂ। ਤਾਂ ਉਸ ਤੋਂ ਬਾਅਦ ਸ਼ੁਰੂ ਹੁੰਦਾ ਜਿਹੜਾ ਗੈਪਸ ਨੂੰ ਬੈਲੈਂਸ ਕਰਨ ਦਾ। ਤਾਂ ਉਹਦੇ ਵਿੱਚ ਸਾਡੇ ਕੋਲ 12 ਡਿਫਰੈਂਟ ਵੇਰੀਏਬਲਸ ਆ ਜਾਂਦੇ ਨੇ ਜਿਸ ਨਾਲ ਕਿ ਅਸੀਂ ਬਿਨਾਂ ਮਸਲਸ ਨੂੰ ਟੱਚ ਕੀਤੇ ਗੋਡੇ ਨੂੰ ਅਸੀਂ ਬੈਲੈਂਸ ਕਰ ਪਾਉਂਦੇ ਹਾਂ ਕੁਛ ਨਾ ਕੁਛ ਉਹਦੇ ਡਿਫਰੈਂਟ ਐਂਗਲਸ ਨੂੰ ਵੇਰੀ ਕਰਕੇ। ਤਾਂ ਇਹ ਸਾਰੀ ਇੰਨੀ ਇਨਫੋਰਮੇਸ਼ਨ ਸਾਨੂੰ ਔਨ ਸਕਰੀਨ ਮਿਲ ਰਹੀ ਹੈਗੀ ਹੈ ਜਿਹਨੂੰ ਕਿ ਸਾਰਾ ਐਜ਼ ਅ ਡਾਕਟਰ ਅਸੀਂ ਹੀ ਮੋਡੀਫਾਈ ਕਰਨਾ ਹੈਗਾ। ਤਾਂ ਇੱਥੇ ਹੀ ਇੱਕ ਸਰਜਨ ਦਾ ਐਕਸਪੀਰੀਅੰਸ ਕੰਮ ਆਉਂਦਾ ਹੈਗਾ ਕਿ ਕਿਹੜੀ ਚੀਜ਼ ਨੂੰ ਅਸੀਂ ਕਿਸ ਤਰੀਕੇ ਨਾਲ ਵੇਰੀ ਕਰ ਸਕਦੇ ਹਾਂ, ਉਹਦੇ ਗੋਡੇ ਦੇ ਐਂਗਲਸ ਨੂੰ ਚੇਂਜ ਕਰ ਸਕਦੇ ਹਾਂ ਇਨ 6 ਡਿਫਰੈਂਟ ਡਾਇਰੈਕਸ਼ਨਸ। ਤਾਂ ਇੰਨੀ ਇਨਫੋਰਮੇਸ਼ਨ ਜਦੋਂ ਮਿਲਦੀ ਹੈ ਤਾਂ ਇਹਦੇ ਨਾਲ ਕੀ ਹੈ ਕਿ ਜਿਹੜਾ ਐਕੂਰੇਸੀ ਹੈ ਦੈਟ ਗੋਜ਼ ਟੂ 100%। ਹੱਡੀ ਦੀ ਛਿੱਲ ਜਿਹੜੀ ਉਤਰਨੀ ਹੈ ਉਹ ਸਾਰੀ ਫਾਈਨਲ ਪਲੈਨਿੰਗ ਤੋਂ ਬਾਅਦ ਜਦੋਂ ਰੋਬੋਟ ਨੂੰ ਅਸੀਂ ਅਟੈਚ ਕਰ ਦਿੰਦੇ ਹਾਂ ਤਾਂ ਫੁੱਲੀ ਐਕਟਿਵ ਹੈ। ਮੀਨਸ ਜਦੋਂ ਫਾਈਨਲ ਪਲਾਨ ਅਸੀਂ ਉਹਨੂੰ ਦੇ ਵਿੱਚ ਫੀਡ ਕਰਤਾ, ਉਹਦੀ ਪੋਜੀਸ਼ਨ ਫਿਕਸ ਕਰਤੀ, ਉਸ ਤੋਂ ਬਾਅਦ ਰੋਬੋਟ ਆਪਣੇ ਆਪ ਆ ਕੇ ਸਾਰੀ ਬੋਨ ਦੀ ਰਿਮੂਵਲ ਕਰਦਾ ਹੈ ਦੈਟ ਇਜ਼ ਟੂ ਲੈਸ ਦੈਨ ਇੱਕ mm ਦੀ ਐਕੂਰੇਸੀ ਦੇ ਵਿੱਚ। ਤਾਂ ਇਹਦੇ ਵਿੱਚ ਸਾਰੀ ਬੋਨ ਦਾ ਇੱਕ ਸ਼ੇਪ ਕਾਰਵ ਆਊਟ ਕਰ ਦਿੰਦਾ ਹੈਗਾ ਰੋਬੋਟ ਐਂਡ ਦੈਨ ਅਸੀਂ ਫਾਈਨਲੀ ਜਾ ਕੇ ਜਿਹੜਾ ਇੰਪਲਾਂਟ ਉਹਦੇ ਵਿੱਚ ਫਿੱਟ ਕਰਨਾ। ਇਹਦੇ ਵਿੱਚ ਜਿਹੜਾ ਮੇਜਰ ਫਾਇਦਾ ਇਹ ਹੈ ਕਿ ਜਿਹੜੇ ਨਾਰਮਲ ਕੰਪਿਊਟਰ ਨੈਵੀਗੇਸ਼ਨ ਸਰਜਰੀਜ਼ ਨੇ ਜਾਂ ਮੈਨੂਅਲ ਸਰਜਰੀਜ਼ ਨੇ ਜਾਂ ਫਿਰ ਜਿਹੜੇ ਸੈਮੀ ਐਕਟਿਵ ਰੋਬੋਟਿਕਸ ਨੇ ਉਹਨਾਂ ਸਾਰਿਆਂ ਦੇ ਵਿੱਚ ਆਪਰੇਸ਼ਨ ਦੇ ਬਿਲਕੁਲ ਸ਼ੁਰੂ ਦੇ ਵਿੱਚ ਹੀ ਸਾਨੂੰ ਗੋਡੇ ਨੂੰ ਇਸ ਤਰੀਕੇ ਨਾਲ ਡਿਸਲੋਕੇਟ ਕਰਨਾ ਪੈਂਦਾ ਹੈਗਾ, ਇਸ ਤਰੀਕੇ ਨਾਲ ਖਿੱਚ ਕੇ ਬਾਹਰ ਕੱਢਣਾ ਪੈਂਦਾ ਹੈ। ਬਟ ਫੁੱਲੀ ਐਕਟਿਵ ਰੋਬੋਟਿਕਸ ਦੇ ਵਿੱਚ ਇਸੇ ਗੋਡੇ ਦੀ ਪੋਜੀਸ਼ਨ ਦੇ ਵਿੱਚ ਬੈਂਡ ਕਰਕੇ ਇਸੇ ਪੋਜੀਸ਼ਨ ਦੇ ਵਿੱਚ ਹੀ ਸਾਰੀ ਦੀ ਸਾਰੀ ਬੋਨ ਰਿਮੂਵਲ ਕਰ ਦਿੱਤੀ ਜਾਂਦੀ ਹੈ। ਅਤੇ ਜਿਹੜੇ ਐਕਸਟਰਾ ਖਿੱਚਣ ਦੇ ਇਹਨੂੰ ਬਾਹਰ ਕੱਢਣ ਕਰਕੇ ਲਿਗਾਮੈਂਟਸ ਨੂੰ ਖਿੱਚ ਪੈਂਦੀ ਹੈ ਉਹ ਇਹਦੇ ਵਿੱਚ ਨਹੀਂ ਪੈ ਰਹੀ ਹੈਗੀ। ਸੋ ਇਟ ਇਜ਼ ਵੈਰੀ ਜੈਂਟਲ। ਇੱਕ ਰੀਜ਼ਨ ਬਣ ਗਿਆ ਕਿ ਰਿਕਵਰੀ ਫਾਸਟ ਹੈ ਬਿਕੋਜ਼ ਜਿਹੜੇ ਆਸ-ਪਾਸ ਦੇ ਸੌਫਟ ਟਿਸ਼ੂਜ਼ ਨੇ ਜਿੰਨੀ ਅਸੀਂ ਉਹਨਾਂ ਦੀ ਰਿਸਪੈਕਟ ਕਰਾਂਗੇ, ਉਹਨਾਂ ਨੂੰ ਘੱਟ ਛੇੜ-ਛਾੜ ਕਰਨਗੇ, ਉਨੀ ਪੇਨ ਘੱਟ ਹੋਏਗੀ, ਉਨੀ ਰਿਕਵਰੀ ਫਾਸਟਰ ਹੋਏਗੀ, ਉਹਨਾਂ ਪੇਸ਼ੈਂਟ ਨੂੰ ਨੈਚੁਰਲ ਫੀਲ ਕਰੇਗਾ ਜੀ। ਸਾ ਇਹ ਜਿਹੜਾ ਇੱਕ ਆਊਚ ਫੈਕਟਰ ਸੀਗਾ ਨਾ ਸ਼ੁਰੂ ਜਦੋਂ ਅਸੀਂ ਗੋਡੇ ਨੂੰ ਖਿੱਚ ਕੇ ਬਾਹਰ ਕੱਢਦੇ ਸੀ, ਝਟਕਾ ਲੱਗਦਾ ਸੀ, ਦੈਟ ਹੈਜ਼ ਬੀਨ ਟੇਕਨ ਅਵੇ। ਤਾਂ ਇਹਨੂੰ ਅਸੀਂ ਬਾਇਓ ਪ੍ਰੀਜ਼ਰਵ ਨੀ ਰਿਪਲੇਸਮੈਂਟ, ਬਾਇਓ ਪ੍ਰੀਜ਼ਰਵ ਰੋਬੋਟਿਕ ਨੀ ਰਿਪਲੇਸਮੈਂਟ ਦਾ ਨਾਮ ਦੇ ਰਹੇ ਹਾਂ ਬਿਕੋਜ਼ ਮਸਲਸ ਨੂੰ, ਬਾਇਓਲੋਜੀ ਨੂੰ ਜਿਹੜੀ ਇੱਕ ਨੈਚੁਰਲ ਅੰਦਰ ਗੋਡੇ ਦੀ ਚੀਜ਼ ਹੈ ਉਹਦੀ ਬਣਤਰ ਹੈ ਉਹਨੂੰ ਰਿਸਪੈਕਟ ਦਿੱਤੀ ਜਾ ਰਹੀ ਹੈ, ਉਹਨੂੰ ਚੀਰ-ਚਾਰ ਫਾੜ ਨਹੀਂ ਦੀ ਕੀਤੀ ਜਾ ਰਹੀ, ਉਹਨੂੰ ਆਪਾਂ ਰਿਸਪੈਕਟ ਦੇ ਰਹੇ ਹਾਂ। ਤਾਂ ਇਸੇ ਕਰਕੇ ਹੀ ਪੇਨ ਘੱਟ ਹੁੰਦਾ ਹੈ, ਰਿਕਵਰੀ ਕਾਫੀ ਫਾਸਟਰ ਹੁੰਦੀ ਹੈ। ਸੋ ਇਹ ਤੇ ਸਾਰੀ ਚੀਜ਼ਾਂ ਹੈ ਕਿ ਜਦੋਂ ਛੇੜਛਾੜ ਘੱਟ ਹੋਏਗੀ ਤਾਂ ਰਿਕਵਰੀ ਵੀ ਫਾਸਟ ਹੋਏਗੀ। ਔਰ ਜਿੰਨਾ ਡਾਕਟਰ ਸਾਹਿਬ ਨੇ ਦੱਸਿਆ ਉਹਦੇ ਨਾਲ ਇਹ ਵੀ ਸਮਝ ਆਉਂਦਾ ਡਾਕਟਰ ਸਾਹਿਬ ਕਿ ਰੋਬੋਟ ਜਿਹੜਾ ਹੈ ਉਹ ਇੱਕ ਟੂਲ ਹੈ, ਉਸਦੇ ਨਾਲ ਪੂਰੀ ਪਲੈਨਿੰਗ ਜਿਹੜੀ ਹੈ ਉਹ ਤੁਹਾਡੀ ਹੈ ਬਟ ਐਵਰੀ ਸਟੈਪ ਸਾਡੀ ਇਨਵੋਲਵਮੈਂਟ ਉੱਥੇ ਹੈਗੀ ਹੈ। ਸਿਰਫ ਇੱਕ ਫਾਈਨਲ 5 ਮਿੰਟਸ ਦਾ ਜਿਹੜਾ ਕੰਮ ਹੈਗਾ ਬੋਨ ਰਿਮੂਵ ਕਰਨ ਦਾ ਦੈਟ ਇਜ਼ ਡਨ ਬਾਈ ਦ ਰੋਬੋਟ। ਬਟ ਉਹਦੀ ਪੂਰੀ ਪਲੈਨਿੰਗ, ਪ੍ਰੀ ਪਲੈਨਿੰਗ ਤੋਂ ਲੈ ਕੇ ਇੰਟਰਾ op ਜਿਹੜੀ ਅਸੀਂ ਪਲਾਨ ਚੇਂਜ ਕਰਦੇ ਹੈਗੇ ਆ ਉਹ ਇਨਫੋਰਮੇਸ਼ਨ ਅਸੀਂ ਉਹਨੂੰ ਇਨਫੋਰਮੇਸ਼ਨ ਫੀਡ ਕਰ ਰਹੇ ਹਾਂ, ਉਹ ਸਾਨੂੰ ਫੀਡਬੈਕ ਦੇ ਰਿਹਾ ਹੈਗਾ ਅਬਾਊਟ ਦ ਡਿਫਰੈਂਟ ਜਿਹੜੀਆਂ ਚੀਜ਼ਾਂ ਅਸੀਂ ਦੇਖ ਨਹੀਂ ਪਾ ਰਹੇ ਅੱਖ ਦੇ ਨਾਲ, ਜਿਹੜੇ 1-1 ਮਿਲੀਮੀਟਰ ਅਸੀਂ ਨਹੀਂ ਦੇਖ ਪਾਉਂਦੇ ਹਾਂ ਉਹਦੀ ਫੀਡਿੰਗ ਸਾਨੂੰ ਉੱਥੋਂ ਮਿਲ ਰਹੀ ਹੈ। ਫਿਰ ਅਸੀਂ ਪਲਾਨ ਉਹਨੂੰ ਵਾਪਸ ਦੇ ਰਹੇ ਹੈਗੇ। ਤਾਂ ਇਟ ਇਜ਼ ਇੰਟਰੈਕਸ਼ਨ, ਜਿਵੇਂ ਅਸੀਂ ਆਪਸ 'ਚ ਅਸੀਂ ਉਹਨੂੰ ਕੁਝ ਫੀਡ ਕਰ ਰਹੇ ਹਾਂ ਉਹ ਸਾਨੂੰ ਵਾਪਸ ਇਨਫੋਰਮੇਸ਼ਨ ਦੇ ਰਿਹਾ, ਫਿਰ ਅਸੀਂ ਉਹਨੂੰ ਫੀਡ ਕਰ ਰਹੇ ਹਾਂ, ਫਿਰ ਇਕੱਠੇ ਫਾਈਨਲ ਪਲਾਨ ਤੇ ਪਹੁੰਚ ਕੇ ਐਗਜ਼ੀਕਿਊਸ਼ਨ ਉਹਦੇ ਥਰੂ ਹੋ ਰਹੀ। ਤਾਂ ਇਟ ਇਜ਼ ਬੈਸਟ ਆਫ ਬੋਥ ਵਰਲਡਸ। ਬੈਸਟ ਚੀਜ਼ ਮੇਰੇ ਖਿਆਲ ਨਾਲ ਇਹ ਹੈ ਕਿ ਕਿਉਂਕਿ ਤੁਸੀਂ ਜਦੋਂ ਇੱਕ ਰੋਬੋਟ ਨੂੰ ਕਮਾਂਡ ਦੇ ਦਿੰਦੇ ਹੋ, ਜਿੰਨਾ ਫਿਕਸ ਕਰਕੇ ਤੁਸੀਂ ਉਸਨੂੰ ਕਮਾਂਡ ਦੇਤੀ ਉਹ ਉਸੇ ਤਰੀਕੇ ਦੇ ਨਾਲ ਕੰਮ ਕਰੇਗਾ, ਉਸ ਤੋਂ ਅੱਗੇ ਪਿੱਛੇ ਨਹੀਂ ਹੋਏਗਾ। ਸੋ ਐਰਰ ਦੇ ਚਾਂਸਸ ਖਤਮ ਹੋ ਜਾਂਦੇ, ਐਰਰ ਦੇ ਚਾਂਸਸ ਘੱਟ ਨੇ ਐਂਡ ਸੇਫਟੀ ਫੀਚਰਸ ਇਸ ਰੋਬੋਟ ਦੇ ਵਿੱਚ ਕਾਫੀ ਨੇ। ਇੱਕ ਰੇਂਜ ਆਫ ਮੂਵਮੈਂਟ ਹੈਗਾ ਜਿਸ ਤੋਂ ਬਾਹਰ ਉਹ ਨਹੀਂ ਜਾ
ਜਾ ਸਕਦਾ ਹੈਗਾ। ਅੱਛਾ ਜੀ। ਤੇ ਜੇ ਪੇਸ਼ੈਂਟ ਜਿਵੇਂ ਆਪਰੇਟ ਕਰਦੇ ਹੋਏ ਬਾਈ ਚਾਂਸ ਖੰਘਦਾ ਹੈਗਾ ਐਂਡ ਇਟ ਵਿਲ ਸਟਾਪ, ਉਹ ਵਾਪਸ ਜਾਂਦਾ ਹੈ, ਆਪਣੀ ਮੋਸ਼ਨ ਨੂੰ ਰੀਕੈਲੀਬਰੇਟ ਕਰਦਾ ਹੈ, ਪੋਜੀਸ਼ਨ ਨੂੰ ਵਾਪਸ ਆ ਕੇ ਕੱਟਸ, ਐਂਡ ਦੈਟ ਇਜ਼ ਵਾਈ ਇਟ ਇਜ਼ ਵੈਰੀ ਐਕਿਊਰੇਟ ਐਂਡ ਆਲਸੋ ਸੇਫ। ਤਾਂ ਇਹਦੇ ਵਿੱਚ ਰਿਲਾਇਬਿਲਿਟੀ ਵੀ ਹੈਗੀ ਹੈ, ਮਤਲਬ ਤੁਸੀਂ ਮਾੜਾ ਜਿਹਾ ਵੀ ਹਿੱਲੇ ਉਹਨੇ ਰੁਕ ਜਾਣਾ ਹੈ, ਪਿੱਛੇ ਹੋ ਜਾਣਾ, ਵਾਪਸ ਆਏਗਾ, ਫਿਰ ਆਪਣਾ ਕੱਟ ਕਰੇਗਾ, ਬਿਕੋਜ਼ ਉਹਦੇ ਕੋਲ ਲਾਈਵ ਟਰੈਕਿੰਗ ਸਿਸਟਮ ਹੈ, ਸੈਂਸਰਸ ਲੱਗੇ ਹੋਏ ਨੇ, ਥੋੜੀ ਜਿਹੀ ਵੀ ਮੂਵਮੈਂਟ 1 mm ਦੀ ਮੂਵਮੈਂਟ ਵੀ ਹੁੰਦੀ ਹੈ ਤਾਂ ਸੈਂਸ ਕਰਕੇ ਵਾਪਸ ਜਾਂਦਾ ਹੈ, ਰੀਕੈਲੀਬਰੇਟ ਕਰਕੇ ਵਾਪਸ ਆ ਕੇ ਬੋਨ ਰਿਮੂਵ ਕਰੇਗਾ। ਤਾਂ ਸੇਫਟੀ ਇਜ਼ ਅ ਬਿਗ ਫੀਚਰ ਜਿਹੜਾ ਲੋਕ ਕਈ ਵਾਰ ਡਰਦੇ ਨੇ, ਹਾਂਜੀ ਸਰ ਰੋਬੋਟਸ ਇਨਐਕਿਊਰੇਟ ਨੇ ਜਾਂ ਫਿਰ ਕਈ ਵਾਰ ਰੋਬੋਟ ਸੇਫ ਨਹੀਂ ਹੈਗੇ ਨੇ, ਤਾਂ ਇਹਦੇ ਵਿੱਚ ਸੇਫਟੀ ਫੀਚਰ ਨੂੰ ਬਹੁਤ ਇੰਪੋਰਟੈਂਸ ਦਿੱਤੀ ਗਈ ਹੈ। ਐਂਡ ਆਪਰੇਟ ਕਰਦੇ ਹੋਏ ਨੋਰਮਲੀ ਜਦੋਂ ਅਸੀਂ ਮੈਨੂਅਲ ਟੈਕਨੀਕ ਨਾਲ ਕਰਦੇ ਹਾਂ ਸਾਨੂੰ ਕਾਫੀ ਇੰਸਟਰੂਮੈਂਟਸ ਅੰਦਰ ਵਿੱਚ ਪਾਉਣੇ ਪੈਂਦੇ ਹੈਗੇ ਨੇ ਸੌਫਟ ਟਿਸ਼ੂ ਨੂੰ ਸਾਈਡ 'ਤੇ ਕਰਨ ਲਈ। ਇਹਦੀ ਮੂਵਮੈਂਟ ਇੰਨੀ ਪਰਫੈਕਟਲੀ ਪਲਾਨ ਕੀਤੀ ਗਈ ਹੈ ਕਿ ਕੋਈ ਆਸ-ਪਾਸ ਦੇ ਸੌਫਟ ਟਿਸ਼ੂ ਨੂੰ ਸਾਨੂੰ ਰਿਟਰੈਕਟਰ ਨਹੀਂ ਲਗਾਉਣਾ ਪੈਂਦਾ, ਕੋਈ ਐਕਸਟਰਾ ਸਮਾਨ ਅੰਦਰ ਨਹੀਂ ਜਾਣਾ ਪੈਂਦਾ, ਸਿਰਫ ਇੱਕ ਪ੍ਰੋਬ ਹੈ ਜਿਹੜਾ ਰਜਿਸਟ੍ਰੇਸ਼ਨ ਪ੍ਰੋਬ ਹੈ, ਦੂਸਰਾ ਇਹਦਾ ਕਟਿੰਗ ਟੂਲ ਹੈਗਾ, ਤੀਸਰਾ ਕੋਈ ਇੰਸਟਰੂਮੈਂਟ ਵਿੱਚ ਸਾਨੂੰ ਨਹੀਂ ਲਗਾਉਣਾ ਪੈ ਰਿਹਾ, ਜਿਸ ਕਰਕੇ ਕਿ ਇਨਫੈਕਸ਼ਨ ਦਾ ਵੀ ਰਿਸਕ ਘੱਟ ਰਿਹਾ ਹੈਗਾ, ਬਿਕੋਜ਼ ਜਿੰਨੀ ਚੀਜ਼ ਗੋਡੇ ਦੇ ਅੰਦਰ ਘੱਟ ਟੱਚ ਕਰੂਗੀ ਉਹਨਾਂ ਇਨਫੈਕਸ਼ਨ ਰਿਸਕ ਘੱਟ ਹੈ। ਨੰਬਰ ਆਫ ਇੰਸਟਰੂਮੈਂਟਸ ਸਿਰਫ 2 ਰਹਿ ਗਏ ਨੇ, ਉਸ ਤੋਂ ਬਾਅਦ ਫਾਈਨਲ ਸਿਰਫ ਟਰਾਇਲਸ ਹੋਣੇ ਨੇ ਤੇ ਜਿਹੜਾ ਗੋਡਾ ਪਾਉਣਾ ਹੈ। ਇਹਨਾਂ ਸਾਰੀਆਂ ਚੀਜ਼ਾਂ ਕਰਕੇ ਉਹੀ ਹੈ, ਇਨਫੈਕਸ਼ਨ ਰੇਟਸ ਵੀ ਘੱਟ ਗਏ ਨੇ, ਐਕਿਊਰੇਸੀ ਬੈਟਰ ਹੋ ਗਈ ਹੈ, ਕੰਫਰਟ ਲੈਵਲ, ਨੈਚੁਰਲ ਫੀਲ, ਮਤਲਬ ਐਂਡਲੈਸ ਪੋਜ਼ੀਟਿਵ ਪੁਆਇੰਟਸ ਨੇ ਜਿਹੜੇ ਆਪਾਂ ਕਹਿ ਲਓ ਗਿਣਾ ਸਕਦੇ ਹਾਂ ਕਿ ਹਾਊ ਦਿਸ ਇਜ਼ ਵਰਕਿੰਗ ਬੈਟਰ। ਰਾਈਟ। ਸੋ ਮੈਨੂੰ ਇਹ ਲੱਗ ਰਿਹਾ ਕਿ ਜਿਵੇਂ ਕਈ ਵਾਰੀ ਲੋਕੀ ਸੋਚਦੇ ਸੀ ਕਿ ਪਹਿਲਾਂ ਇੱਕ ਗੋਡੇ ਦਾ ਆਪਰੇਸ਼ਨ, ਕਿਉਂਕਿ ਖਾਸ ਤੌਰ ਦੇ ਉੱਤੇ ਫੋਰਨ ਦੇ ਵਿੱਚ ਗੱਲ ਕਰੀਏ, ਕੈਨੇਡਾ ਦੇ ਵਿੱਚ ਗੱਲ ਕਰੀਏ, ਅਪਾਇੰਟਮੈਂਟਸ ਲੇਟ ਮਿਲਦੀਆਂ ਨੇ, ਇੱਕ ਗੋਡੇ ਦੀ ਸਰਜਰੀ ਕਰਾ ਲਈ, ਦੂਜੇ ਦੀ ਹਜੇ ਵੇਟ ਕਰਨੀ ਪੈਂਦੀ ਹੈ, ਫਿਰ ਉਹ ਦੂਜੇ 'ਚ ਕਈ ਵਾਰ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ। ਔਰ ਇੱਥੇ ਆਈ ਥਿੰਕ ਦੋਨਾਂ ਨੂੰ ਇਕੁਅਲੀ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਰਿਕਵਰੀ ਫਾਸਟ ਹੈ, ਦੋਨੋਂ ਕਰਾ ਕੇ ਤੇ ਈਜ਼ੀਲੀ ਤੁਸੀਂ ਜਿਹੜਾ ਬੇਸਿਕਲੀ ਕਈ ਲੋਕ ਸਾਡੇ ਕੋਲ ਇਸੇ ਲਈ ਆਉਂਦੇ ਨੇ ਬਿਕੋਜ਼ ਕੈਨੇਡਾ ਹੋ ਗਿਆ, US ਹੋ ਗਿਆ, ਇੰਗਲੈਂਡ ਹੋ ਗਿਆ, ਯੂਰਪ, ਉਸ 'ਚ ਸਿੰਗਲ ਸਰਜਰੀ ਐਟ ਅ ਟਾਈਮ ਕਰਦੇ ਨੇ। ਇੰਡੀਆ ਦੇ ਵਿੱਚ ਅਸੀਂ ਪੇਸ਼ੈਂਟ ਨੂੰ ਇਵੈਲੂਏਟ ਕਰਦੇ ਹਾਂ, ਜੇ ਪੇਸ਼ੈਂਟ ਫਿਟ ਹੈਗਾ, ਲੈਸ ਦੈਨ 75 ਉਹਦੀ ਏਜ ਹੈਗੀ ਹੈ, ਕਾਰਡੀਅਕ ਪ੍ਰੋਬਲਮ ਨਹੀਂ ਹੈ, ਦੈਨ ਅਸੀਂ ਉਹਨੂੰ ਇਵੈਲੂਏਟ ਕਰਨ ਤੋਂ ਬਾਅਦ ਸਿੰਗਲ ਸਟੇਜ ਦੇ ਵੀ ਦੋਨੋਂ ਸਰਜਰੀਜ਼ ਕਰ ਸਕਦੇ ਹਾਂ, ਬਿਕੋਜ਼ ਦੈਟ ਟੇਕਸ ਅਵੇ ਦਾ ਰੀਹੈਬ ਟਾਈਮ। ਇੱਕੋ ਵਾਰ ਦੇ ਵਿੱਚ ਸਾਰੀ ਐਕਸਰਸਾਈਜ਼ ਕੀਤੀ ਜਾ ਰਹੀ ਹੈ, ਇੱਕੋ ਵਾਰ ਦੇ ਵਿੱਚ ਦਵਾਈ ਖਾਈ ਜਾ ਰਹੀ ਹੈ, ਇੱਕੋ ਵਾਰ ਦੇ ਵਿੱਚ ਲੱਤ ਬਰਾਬਰ ਹੋ ਰਹੀ ਹੈਗੀ ਹੈ। ਜੇ ਤਾਂ ਦੇਖੋ ਦੋਵਾਂ 'ਚ ਪ੍ਰੋਬਲਮ ਹੈ ਤਾਂ ਦੋਨੋਂ ਇਕੱਠੇ ਕਰ ਸਕਦੇ ਹਾਂ, ਅਦਰਵਾਈਜ਼ ਜੇ ਇੱਕ ਗੋਡਾ ਠੀਕ ਹੈ ਤੇ ਇੱਕ ਬਿਲਕੁਲ ਖਰਾਬ ਹੈ ਤਾਂ ਜਿਹੜਾ ਠੀਕ ਵਾਲਾ ਹੈ ਉਹਨੂੰ ਵੀ ਟੱਚ ਕਰਨ ਦੀ ਲੋੜ ਨਹੀਂ ਹੈਗੀ ਹੈ। ਸੋ ਕਈ ਲੋਕ ਇਸ ਚੀਜ਼ ਦਾ ਵੀ ਵਹਿਮ ਕਰਦੇ ਜੀ ਇੱਕ ਕਰਾ ਲਿਆ ਤਾਂ ਦੂਸਰਾ ਵੀ ਕਰਾਉਣਾ ਪਵੇਗਾ, ਦੈਟ ਇਜ਼ ਨਾਟ ਦਾ ਕੁਐਸਚਨ। ਜਿਹੜਾ ਖਰਾਬ ਹੈ ਉਹਨੂੰ ਛੇੜਨਾ, ਜਿਹੜਾ ਰੱਬ ਦਾ ਦਿੱਤਾ ਹੋਇਆ ਉਹ ਤਾਂ ਸਭ ਤੋਂ ਬੈਸਟ ਹੈ, ਉਹਨੂੰ ਆਪਾਂ ਬਿਲਕੁਲ ਟੱਚ ਨਹੀਂ ਕਰਦੇ। ਅੱਛਾ, ਮੈਂ ਹੁਣ ਤੁਹਾਡੇ ਤੋਂ ਡਾਕਟਰ ਸਾਹਿਬ ਇਹ ਪੁੱਛਣਾ ਚਾਹਾਂਗਾ, ਕਿਉਂਕਿ ਜਦੋਂ ਡਰਾਂ ਦੀ ਗੱਲ ਆਉਂਦੀ ਨਾ ਕਿ ਕਿਹੜੇ ਕਿਹੜੇ ਡਰ ਹੁੰਦੇ ਨੇ ਲੋਕਾਂ ਦੇ ਦਿਲ ਦੇ ਵਿੱਚ, ਕੁਝ ਲੋਕਾਂ ਦਾ ਨਾ ਬਾਡੀ weight ਬਹੁਤ ਜ਼ਿਆਦਾ ਵੱਧ ਜਾਂਦਾ, ਉਸ ਕਰਕੇ ਜਦੋਂ ਗੋਡਿਆਂ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ ਇੱਕ ਕਸ਼ਮਕਸ਼ 'ਚ ਫਸ ਜਾਂਦੇ ਨੇ ਕਿ ਹੁਣ ਅਸੀਂ ਪਹਿਲਾਂ weight ਘਟਾਈਏ ਜਾਂ ਫਿਰ ਪਹਿਲਾਂ ਆਪਰੇਟ ਕਰਵਾਈਏ, ਹੈ ਨਾ, ਕਿਉਂਕਿ ਜੇ ਨੀਡ ਵਿਸ਼ੇਸ਼ ਸਰਕਲ ਹੈ ਨਾ, ਭਾਰ ਵੱਧ ਗਿਆ ਉਹਦੇ ਕਰਕੇ ਗੋਡੇ ਘਸ ਗਏ, ਦਰਦ ਹੋਣ ਲੱਗ ਗਿਆ, ਫਿਰ ਤੁਰਿਆ ਨਹੀਂ ਜਾ ਰਿਹਾ ਤੇ ਬੈਠੇ ਬੈਠੇ ਹੋਰ ਭਾਰ ਵੱਧ ਗਿਆ, ਤੇ ਹੁਣ ਜੇ ਗੋਡਿਆਂ 'ਚ ਪ੍ਰੋਬਲਮ ਆ ਗਈ ਤਾਂ ਹੁਣ ਤੁਸੀਂ ਭਾਰ ਨਹੀਂ ਘਟਾ ਸਕਦੇ, ਤੁਰ ਨਹੀਂ ਸਕਦੇ। ਤਾਂ ਇਸ ਸਰਕਲ ਨੂੰ ਤੋੜਨ ਲਈ ਨੀ ਰਿਪਲੇਸਮੈਂਟ ਬੜੀ ਹੈਲਪਫੁਲ ਹੈਗੀ ਹੈ। ਰੋਬੋਟਿਕ ਕਿਵੇਂ ਉਹਦੇ ਵਿੱਚ ਹੈਲਪਫੁਲ ਹੈ? ਰੋਬੋਟਿਕ ਦਾ ਕਾਫੀ ਐਡਵਾਂਟੇਜ ਹੈ। ਪਹਿਲੇ ਤਾਂ ਜਿਹੜੇ ਹੈਵੀ ਵੇਟ ਪੇਸ਼ੈਂਟਸ ਨੇ ਉਹਨਾਂ ਦੇ ਵਿੱਚ ਜਿਹੜੀ ਅਸੀਂ ਮੈਨੂਅਲ ਟੈਕਨੀਕ ਕਰਦੇ ਹਾਂ, ਬਿਕੋਜ਼ ਚਰਬੀ ਇੰਨੀ ਜ਼ਿਆਦਾ ਹੈ, ਲੱਤ ਕਾਫੀ ਮੋਟੀ ਹੋ ਜਾਂਦੀ ਹੈ, ਉਹਦੇ ਵਿੱਚ ਜਿਹੜੇ ਹੱਡੀ ਦੇ ਲੈਂਡਮਾਰਕਸ ਨੇ ਉਹ ਕਈ ਵਾਰ ਪਹਿਚਾਣ ਕਰਨੇ ਔਖੇ ਹੋ ਜਾਂਦੇ ਨੇ, ਬਿਕੋਜ਼ ਹੱਡੀ ਇੰਨੀ ਚਰਬੀ ਦੇ ਵਿੱਚ ਉਹ ਫੀਲ ਹੀ ਨਹੀਂ ਹੁੰਦੀ ਜਦੋਂ ਤੁਸੀਂ ਮੈਨੂਅਲ ਕਰਦੇ ਹੈਗੇ ਆ। ਤਾਂ ਰੋਬੋਟਿਕ ਇਜ਼ ਵੈਰੀ ਐਡਵਾਂਟੇਜਸ, ਬਿਕੋਜ਼ ਉਹਦੇ ਵਿੱਚ ਕੀ ਹੈ ਕਿ ਪਹਿਲੇ CT ਸਕੈਨ ਨਾਲ ਪਲੈਨਿੰਗ ਬਣ ਗਈ, ਜਿਹੜਾ ਬੋਨ ਹੈਗੀ ਹੈ ਉਹ ਰੀਡ ਕਰ ਲੈਂਦਾ ਹੈ, ਤੁਸੀਂ ਦੇਖ ਪਾ ਰਹੇ ਹੋ, ਉਹ ਸਾਰਾ ਪਲੈਨਿੰਗ ਸਾਡੀ ਪਹਿਲੇ ਹੈ। ਗੋਡੇ ਦੀ ਪਲੇਸਮੈਂਟ ਜ਼ਿਆਦਾ ਸਾਨੂੰ ਪਤਾ ਹੈਗੀ ਹੈ, ਅੰਦਰੋਂ ਦੀ ਉਹੀ ਹੈ, ਆਪਾਂ ਨੂੰ ਗੋਡੇ ਨੂੰ ਖਿੱਚਤੂ ਨਹੀਂ ਕਰਨੀ ਪੈ ਰਹੀ, ਲਿਗਾਮੈਂਟ ਸੌਫਟਲੀ ਹੈਂਡਲ ਹੋ ਰਹੇ ਨੇ ਤੇ ਐਕਿਊਰੇਸੀ ਮਿਲ ਰਹੀ ਹੈ। ਤੇ ਇਹਦੇ ਵਿੱਚ ਰੋਬੋਟਿਕ ਦੇ ਵਿੱਚ ਐਕਿਊਰੇਸੀ ਸਪੈਸ਼ਲੀ ਜਿਹੜੇ ਹੈਵੀ ਵੇਟ ਪੇਸ਼ੈਂਟਸ ਨੇ ਉਹਨਾਂ ਦੇ ਵਿੱਚ ਬਹੁਤ ਹਾਈ ਮਿਲ ਰਹੀ ਹੈਗੀ ਹੈ, ਬਿਕੋਜ਼ ਨਾਰਮਲੀ ਅੱਖਾਂ ਦੇ ਨਾਲ ਉਹ ਜਾਂ ਹੱਥਾਂ ਨਾਲ ਫੀਲ ਕਰਕੇ ਅਸੀਂ ਉਹ ਫੀਲ ਹੀ ਨਹੀਂ ਲੈ ਪਾਉਂਦੇ, ਬਿਕੋਜ਼ ਇੰਨਾ ਫੈਟ ਕਈ ਵਾਰ ਹੋਇਆ। ਤਾਂ ਅਸੀਂ ਕਈ ਪੇਸ਼ੈਂਟਸ ਕੀਤੇ ਨੇ, ਅਰਾਊਂਡ 5-6 ਪੇਸ਼ੈਂਟਸ ਅਸੀਂ 110 kg ਪਲੱਸ ਦੇ ਕਰ ਚੁੱਕੇ ਹੈਗੇ, ਫੀਮੇਲਸ ਜਿਹੜੀਆਂ ਨੇ, ਜਿਹੜੀਆਂ ਕਾਫੀ ਹੈਵੀ ਵੇਟ ਨੇ। ਇੰਸਟਾਗ੍ਰਾਮ ਤੇ ਕਾਫੀ ਉਹਨਾਂ ਦੇ ਟੈਸਟੀਮੋਨੀਅਲਸ ਵੀ ਸਾਡੇ ਹੈਗੇ ਨੇ, ਤੇ ਉਹਨਾਂ ਦੇ ਵਿੱਚ ਅਸੀਂ ਇਹੀ ਦੇਖਿਆ ਕਿ ਉਹ 110 ਕਿਲੋ ਭਾਰ ਦੇ ਨਾਲ ਵੀ ਆਪਰੇਸ਼ਨ ਤੋਂ ਤੀਸਰੇ ਦਿਨ ਬਿਨਾਂ ਵੋਕਰ ਤੋਂ ਚੱਲ ਪਾ ਰਹੀ ਸੀ। ਤਾਂ ਇਹ ਵਾਲੇ ਰਿਜ਼ਲਟਸ ਦੇਖ ਕੇ ਹੋਰ ਜ਼ਿਆਦਾ ਵਿਸ਼ਵਾਸ ਪੱਕਾ ਹੁੰਦਾ ਕਿ ਕਈ ਵਾਰ ਐਂ ਲੱਗਦਾ ਲੋਕਾਂ ਨੂੰ ਕਿ ਹੈਵੀ ਵੇਟ ਪੇਸ਼ੈਂਟ ਆ ਉਹਦੇ ਵਿੱਚ ਕਰਵਾਉਣਾ ਹੀ ਨਹੀਂ ਚਾਹੀਦਾ, ਜਾਂ ਫਿਰ ਨਵੀਂ ਟੈਕਨੋਲੋਜੀ ਨਾਲ ਉਹਦੇ 'ਚ ਕਿਵੇਂ ਕਰਾਈਏ ਪਤਾ ਨਹੀਂ ਹੋਏਗਾ ਨਹੀਂ। ਬਟ ਇਸ ਚੀਜ਼ ਦਾ ਸਪੈਸ਼ਲੀ ਜਿਹੜੇ ਬਹੁਤ ਜ਼ਿਆਦਾ ਖਰਾਬ ਗੋਡੇ ਨੇ, ਜਿਵੇਂ 30-35 ਡਿਗਰੀ ਤੱਕ ਵੀ ਡਿਫੋਰਮਿਟੀਜ਼ ਟੇਢੇ ਹੋ ਜਾਂਦੇ ਨੇ ਲੋਕ ਗੋਡੇ, ਉਹਨਾਂ ਦੇ ਵਿੱਚ ਵੀ ਬਹੁਤ ਐਡਵਾਂਟੇਜਸ ਹੈ, ਬਿਕੋਜ਼
ਪਲੈਨਿੰਗ ਅਸੀਂ ਪਹਿਲੇ ਕਰ ਸਕਦੇ ਹਾਂ। ਹੱਡੀ ਛਿੱਲਣ ਤੋਂ ਬਾਅਦ ਇਹ ਨਹੀਂ ਆਪਾਂ ਦੇਖਣਾ ਕਿਵੇਂ ਲਿਗਾਮੈਂਟ ਨੂੰ ਤੋੜ ਕੇ ਅਸੀਂ ਉਹਨੂੰ ਬੈਲੈਂਸ ਕਰੀਏ। ਇਹਦੇ ਵਿੱਚ ਅਸੀਂ ਪਹਿਲੇ ਹੀ ਕੱਟਸ ਲੈਣ ਤੋਂ ਕਾਫੀ ਹੱਦ ਤੱਕ ਗੋਡੇ ਨੂੰ ਬੈਲੈਂਸ ਕਰ ਪਾਉਂਦੇ ਹਾਂ। ਤਾਂ ਇਹਦੇ ਵਿੱਚ ਜਿਹੜੇ ਜ਼ਿਆਦਾ ਖਰਾਬ ਕੇਸਿਸ ਹੈਗੇ ਨੇ, ਜ਼ਿਆਦਾ ਵਿੰਗੇ ਗੋਡੇ ਹੈਗੇ ਨੇ, ਪਲੱਸ ਜਿਹੜੇ ਮੋਟੇ ਪੇਸ਼ੈਂਟਸ ਨੇ ਉਹਨਾਂ ਨੂੰ ਤਾਂ ਸਪੈਸ਼ਲ ਐਡਵਾਂਟੇਜ ਹੈ ਬਿਕੋਜ਼ ਓਪਰੇਟ ਦੇ ਵਿੱਚ ਐਕਿਊਰੇਸੀ ਉਹਨਾਂ ਦੀ ਜ਼ਿਆਦਾ ਬੈਟਰ ਆਏਗੀ। ਓਕੇ, ਜਿਵੇਂ ਕਿ ਤੁਸੀਂ ਗੱਲ ਕੀਤੀ ਇਹਦੇ ਵਿੱਚ ਜਿਵੇਂ ਭਾਰ ਜ਼ਿਆਦਾ ਜਿਨ੍ਹਾਂ ਦਾ ਹੁੰਦਾ ਹੈ, ਅਗਰ ਉਹਨਾਂ ਦਾ ਓਪਰੇਟ ਹੋ ਵੀ ਗਿਆ ਸੋ ਅੱਗੇ ਗੋਡੇ ਦੀ ਲਾਈਫ ਆਫਟਰ ਆਪਰੇਸ਼ਨ ਆਫਟਰ ਸਰਜਰੀ ਉਹ ਕਿੱਦਾਂ ਦੀ ਰਹਿੰਦੀ ਹੈ? ਗੋਡੇ ਦੀ ਲਾਈਫ ਇਜ਼ ਨੀਅਰਲੀ ਲਾਈਕ ਅ ਨਾਰਮਲ ਕਿਉਂਕਿ ਭਾਰ ਤੇ ਘਟਿਆ ਨਹੀਂ, ਕੀ ਉਹ ਘਟਾ ਪਾਣਗੇ ਬਾਅਦ? ਜੀ ਬਿਲਕੁਲ, ਇਹ ਵੀ ਮੈਂ ਦੱਸਦਾ। ਕੁਝ ਹੀ ਪੇਸ਼ੈਂਟਸ ਕੱਲ੍ਹ ਹੀ ਸਾਡੇ ਕੋਲ ਫੋਲੋ ਅਪ ਲਈ ਜਿਵੇਂ ਆਏ ਸੀਗੇ ਤਾਂ ਵਿਦਿਨ 2 ਮੰਥਸ 110 ਤੋਂ ਉਹਨਾਂ ਦਾ ਭਾਰ ਅਰਾਊਂਡ 100 ਤੇ ਆ ਗਿਆ ਹੈਗਾ। ਅੱਛਾ, ਮਤਲਬ ਐਕਸਰਸਾਈਜ਼ ਕਰ ਰਹੇ ਨੇ ਉਹ ਨਾਰਮਲ ਵਾਕ ਕਰਨ ਦੇ ਨਾਲ ਹੀ, ਬਿਕੋਜ਼ ਕਹਿ ਲਓ ਨਾ ਬੈਠੇ ਬੈਠੇ ਡਿਪਰੈਸ਼ਨ, ਦਰਦ, ਗੋਲੀਆਂ, ਦਵਾਈਆਂ ਸਾਰਾ ਕੁਝ ਬੰਦਾ ਟਰਾਈ ਕਰਦਾ ਰਹਿੰਦਾ ਹੈ, ਉਹਦੇ ਨਾਲ ਹੀ ਬੈਠੇ ਬੈਠੇ ਭਾਰ ਵੱਧ ਜਾਂਦਾ। ਵਾਂਸ ਯੂਅਰ ਐਕਟਿਵ ਲਾਈਫ ਇਜ਼ ਬੈਕ, ਤੁਸੀਂ 1.5 ਕਿਲੋਮੀਟਰ ਸੈਰ ਕਰਨ ਲੱਗ ਜਾਂਦੇ ਹੋ, ਭਾਰ ਤਾਂ ਘਟਦਾ ਹੀ ਘਟਦਾ ਹੈ, ਤੁਹਾਡੀ ਦਵਾਈਆਂ ਬੰਦ ਹੋ ਜਾਂਦੀਆਂ ਨੇ। ਉਹ ਜਿਹੜੀ ਬੈਠੇ ਬੈਠੇ ਆਪਣੇ ਸਾਈਡ ਇਫੈਕਟਸ ਕਰ ਰਹੀਆਂ ਨੇ ਲਿਵਰ ਨੂੰ, ਕਿਡਨੀ ਨੂੰ, ਉਹ ਖਤਮ ਹੋ ਜਾਂਦੀ ਹੈ। ਡਿਪਰੈਸ਼ਨ ਖਤਮ ਹੋ ਜਾਂਦਾ। ਜੋ ਤੁਸੀਂ ਦੇਖੋ ਲਾਈਫ ਇਜ਼ ਮੂਵਮੈਂਟ, ਜੇ ਆਪਣੀ ਮੂਵਮੈਂਟ ਬੰਦ ਹੋ ਗਈ, ਆਪਾਂ ਘਰ ਦੇ ਵਿੱਚ ਲੌਕ ਹੋ ਗਏ ਤਾਂ ਡਿਪਰੈਸ਼ਨ ਆਉਣਾ ਹੀ ਆਉਣਾ। ਤਾਂ ਆਪਾਂ ਜਿਹੜੀਆਂ ਇਹ ਸੋਸ਼ਲ ਐਕਟੀਵਿਟੀਜ਼ ਦੁਬਾਰਾ ਗੇਨ ਕਰ ਸਕਦੇ ਹਾਂ। ਤਾਂ ਨੀ ਰਿਪਲੇਸਮੈਂਟ ਅਸੀਂ ਇਸ ਲਈ ਕਹਿੰਦੇ ਇਜ਼ ਅ ਕੁਆਲਿਟੀ ਆਫ ਲਾਈਫ ਸਰਜਰੀ। ਤੁਹਾਡੀ ਕੁਆਲਿਟੀ ਆਫ ਲਾਈਫ ਜਿਹੜੀ ਹੌਲੀ ਹੌਲੀ ਡਾਊਨ ਜਾ ਰਹੀ ਹੈ, ਤੁਹਾਡਾ ਸੈਲਫ ਕੌਨਫੀਡੈਂਸ ਖਤਮ ਹੋ ਰਿਹਾ ਹੈ। ਤਾਂ ਇੱਕ ਕੱਲ੍ਹ ਹੀ ਜਿਵੇਂ ਪੇਸ਼ੈਂਟ ਦਾ ਮੈਨੂੰ ਮੈਸੇਜ ਆਇਆ ਕਿ ਜੀ ਉਹਨਾਂ ਨੂੰ 2 ਜਾਂ 3 ਸਾਲ ਪਹਿਲੇ ਲਿਵਰ ਕੈਂਸਰ ਡਿਟੈਕਟ ਹੋਇਆ ਸੀ, ਉਦੋਂ ਸਾਡੇ ਕੋਲ ਓਪਰੇਟ ਲਈ ਐਡਮਿਟ ਹੋਏ ਤੇ ਉਹਨਾਂ ਨੂੰ ਲਿਵਰ ਕੈਂਸਰ ਡਿਟੈਕਟ ਹੋਇਆ, ਜਿਸ ਕਰਕੇ ਅਸੀਂ ਸਰਜਰੀ ਨਹੀਂ ਕਰ ਪਾਏ। 3 ਇਅਰਸ ਉਹਨਾਂ ਨੂੰ ਲੱਗ ਗਏ ਲਿਵਰ ਦਾ ਸਾਰਾ ਆਪਣਾ ਟਰੀਟਮੈਂਟ ਕਰਾਉਂਦੇ, ਐਂਡ ਹੁਣ ਆ ਕੇ ਉਹਨਾਂ ਨੇ ਸਰਜਰੀ ਕਰਾਈ ਹੈ। ਤੇ ਉਹਨਾਂ ਦਾ ਮੈਨੂੰ ਸਪੈਸ਼ਲ ਥੈਂਕਸ ਮੈਸੇਜ ਆਇਆ ਕਿ ਅਸੀਂ ਹੁਣ ਆਪਣੀ ਲਾਈਫ ਦੁਬਾਰਾ ਸ਼ੁਰੂ ਕਰ ਪਾਏ। ਜਿਹੜਾ ਕੌਨਫੀਡੈਂਸ ਖਤਮ ਹੋ ਗਿਆ ਸੀ ਲਾਈਫ 'ਚ, ਉਹ ਖਤਮ ਹੁਣ ਵਾਪਸ ਆ ਗਿਆ ਹੈ ਤੇ ਇੱਕ ਤਰ੍ਹਾਂ ਦੀ ਸਾਡੀ ਲਾਈਫ ਰੀਸਟਾਰਟ ਹੋ ਗਈ। ਤਾਂ ਇਟ ਇਜ਼ ਨਵੀਂ ਇੱਕ ਕੁਆਲਿਟੀ ਆਫ ਲਾਈਫ, ਇੱਕ ਸੈਕਿੰਡ ਲਾਈਫ ਹੈ। ਤੇ ਇਹ ਵੀ ਸਟੱਡੀਜ਼ ਦੱਸਦੀਆਂ ਨੇ ਕਿ ਸਹੀ ਟਾਈਮ 'ਤੇ ਜੇ ਨੀ ਰਿਪਲੇਸਮੈਂਟ ਕਰਾ ਲੈਂਦੇ ਹਾਂ ਤਾਂ ਇੱਕ ਤੁਹਾਡੀ ਲਾਈਫ ਐਕਸਪੈਕਟੈਂਸੀ 5 ਸਾਲ ਵੱਧ ਜਾਂਦੀ ਹੈ। ਰਾਈਟ, ਤੁਸੀਂ ਵਿੱਚ ਗੱਲ ਕੀਤੀ ਸੀ ਅਲਾਈਨਮੈਂਟ ਦੀ ਵੀ ਕਿ ਉਹ ਪ੍ਰੋਪਰ ਕਰਦਾ। ਹੁਣ ਤੁਸੀਂ ਉਹ ਵੀ ਦੱਸ ਰਹੇ ਸੀ ਕਿ ਜਿਨ੍ਹਾਂ ਦੇ ਗੋਡੇ ਜ਼ਿਆਦਾ ਟੇਢੇ ਹੋ ਜਾਂਦੇ ਆ, ਵਿੰਗੇ ਹੋ ਜਾਂਦੇ ਆ, ਕੀ ਉਹ ਪ੍ਰੋਪਰਲੀ ਰਿਕਵਰ ਹੋ ਕੇ ਬਿਲਕੁਲ ਸਿੱਧੇ ਹੋ ਜਾਂਦੇ ਨੇ? ਇਹ ਕਿੰਨਾ ਕੁ ਐਕੂਰੇਸੀ ਆਉਂਦੀ ਹੈ? ਦੇਖੋ ਐਕੂਰੇਸੀ ਇਹਦੇ ਵਿੱਚ ਨੀਅਰਲੀ 100% ਹੈ, 99 to 100%, ਬਿਕੋਜ਼ 100% ਤਾਂ ਚਲੋ ਵਾਹਿਗੁਰੂ ਦੀ ਮਾਲਕ ਦੀ ਕਿਰਪਾ ਨਾਲ ਹੀ ਹੁੰਦਾ, ਬਟ 99 to 100% ਇਹਦੇ ਵਿੱਚ ਐਕੂਰੇਸੀ ਹੈ। ਬਿਕੋਜ਼ ਹਿਪ ਤੋਂ ਲੈ ਕੇ ਗਿੱਟੇ ਤੱਕ ਦੀ ਅਲਾਈਨਮੈਂਟ ਇਹਨੇ ਬੋਨ ਕੱਟ ਦੇ ਥਰੂ ਆਪਣੇ ਆਪ ਕਰ ਦੇਣੀ ਹੈਗੀ। ਉਹਦੇ ਵਿੱਚ ਸਾਡੇ ਕੋਲ 3 ਡਿਗਰੀਜ਼ ਦਾ ਐਰਰ ਕਰਨ ਦੇ ਚਾਂਸ ਹੁੰਦੇ ਨੇ, ਜਿਹੜਾ ਅਸੀਂ ਪਲੇ ਕਰ ਸਕਦੇ ਹੈਗੇ। ਤਾਂ ਉਹ 6 ਡਿਫਰੈਂਟ ਜਿਹੜੀਆਂ ਪਲੇਨਸ ਦੇ ਵਿੱਚ ਅਸੀਂ ਉਸ ਨੂੰ ਐਡਜਸਟ ਕਰਕੇ ਵਿਦਿਨ ਟੋਲਰੇਬਲ ਬਾਉਂਡਰੀਜ਼ ਰੱਖਦੇ ਹੈਗੇ ਆ ਤੇ ਉਸ ਦੇ ਨਾਲ ਹੀ ਅਸੀਂ ਐਗਜ਼ੀਕਿਊਟ ਕਰਦੇ ਹਾਂ। ਤੇ ਜ਼ਿਆਦਾ ਡਿਫਾਰਮਿਟੀ ਹੋਣ ਦੇ ਨਾਲ ਕਿਹੜੀ ਹੱਡੀ ਨੂੰ ਕਿੰਨਾ ਵੱਧ ਕੱਟਣਾ ਹੈ, ਕਿਹੜੇ ਪਾਸੋਂ ਕੱਟਣਾ ਹੈ, ਕਿਹੜੇ ਐਂਗਲ 'ਤੇ ਫਿੱਟ ਕਰਨਾ ਹੈ, ਇਹ ਸਾਨੂੰ ਕਰਨ ਤੋਂ ਪਹਿਲਾਂ ਹੀ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ। ਤਾਂ ਉਹੀ ਹੈ, ਮਤਲਬ ਦਿਸ ਇਜ਼ ਸਿਰਫ ਰੋਬੋਟਿਕ ਦੇ ਨਾਲ ਹੀ ਪੋਸੀਬਲ ਹੈਗਾ, ਕੰਪਿਊਟਰ ਨੈਵੀਗੇਸ਼ਨ ਨਾਲ ਵੀ ਇਹ ਚੀਜ਼ ਪੋਸੀਬਲ ਨਹੀਂ ਹੈਗੀ ਜਿੰਨੀ ਐਕਿਊਰੇਸੀ ਆਪਾਂ ਕਰ ਰਹੇ ਹੈਗੇ। ਐਂਡ ਜੇ ਮੈਂ ਦੁਬਾਰਾ ਐਮਫਸਾਈਜ਼ ਕਰੂੰਗਾ, ਜਿਹੜੀ ਨੈਚੁਰਲ ਫੀਲ ਪ੍ਰੀ ਪਲੈਨਿੰਗ ਸੀਟੀ ਬੇਸਡ ਪ੍ਰੀ ਪਲੈਨਿੰਗ ਦੇ ਨਾਲ ਆਉਂਦੀ ਹੈਗੀ ਹੈ, ਬਿਕੋਜ਼ ਅਸੀਂ ਗੋਡੇ ਨੂੰ ਹੂਬਹੂ ਨੈਚੁਰਲ ਸ਼ੇਪ ਦੇ ਨਾਲ ਮੈਚ ਕਰ ਪਾ ਰਹੇ ਹਾਂ। ਦੈਟ ਇਜ਼ ਵਾਟ ਇਜ਼ ਦਾ ਡਿਸਾਈਡਿੰਗ ਫੈਕਟਰ ਇਹਦੇ ਵਿੱਚ, ਕਿ ਜਿਹੜਾ ਡਿਫਰੈਂਸ਼ੀਏਟਿੰਗ ਫੈਕਟਰ ਹੈਗਾ ਜਿਹੜਾ ਇਹਨੂੰ ਬਾਕੀ ਸਾਰੇ ਰੋਬੋਟਸ ਤੋਂ ਸੁਪੀਰੀਅਰ ਬਣਾ ਰਿਹਾ। ਮੇਰੇ ਖਿਆਲ ਨਾਲ ਹੁਣ ਤੱਕ ਦਰਸ਼ਕਾਂ ਨੇ ਜਿੰਨੀ ਗੱਲਬਾਤ ਸੁਣੀ ਹੈ ਉਹਨਾਂ ਦਾ ਕਾਫੀ ਕੌਨਫੀਡੈਂਸ ਜਿਹੜਾ ਹੈਗਾ ਉਹ ਫੁੱਲੀ ਐਕਟਿਵ ਰੋਬੋਟਿਕ ਸਰਜਰੀ ਦੇ ਲਈ ਬਣ ਗਿਆ ਹੋਏਗਾ। ਪਰ ਸਭ ਤੋਂ ਵੱਡੀ ਚੀਜ਼ ਜਿਹੜੀ ਰਹਿੰਦੀ ਆ, ਸਵਾਲ ਜਿਹੜਾ ਸਭ ਤੋਂ ਵੱਡਾ ਰਹਿੰਦਾ, ਉਹ ਰਹਿੰਦਾ ਕੋਸਟ ਫੈਕਟਰ। ਹਾਲਾਂਕਿ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਇੰਡੀਆ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਪਹਿਲਾਂ ਰੋਬੋਟਿਕ ਟੈਕਨੀਕ ਜਿਹੜੀ ਆ ਚੁੱਕੀ ਸੀਗੀ, ਫੁੱਲੀ ਐਕਟਿਵ ਰੋਬੋਟਿਕ ਟੈਕਨੀਕ, ਤੇ ਪੰਜਾਬ ਦੇ ਵਿੱਚ ਨਾਗਪਾਲ ਸੁਪਰ ਸਪੈਸ਼ਲਿਟੀ ਹਸਪੀਟਲ ਪਹਿਲਾ ਹਸਪੀਟਲ ਬਣਿਆ ਜਿਨ੍ਹਾਂ ਨੇ ਇੰਟਰੋਡਿਊਸ ਕੀਤੀ ਹੈ। ਸੋ ਕੋਸਟ ਤੁਸੀਂ ਉਸ ਦੇ ਵਿੱਚ ਦੱਸਿਆ ਸੀ ਕਿ ਅਸੀਂ ਬਾਕੀਆਂ ਨਾਲੋਂ ਘੱਟ ਰੱਖੀ, ਕਿਉਂਕਿ ਜਿਹੜੀ ਇਹ ਟੈਕਨੋਲੋਜੀ ਲੈ ਕੇ ਆਏ ਉਹਦਾ ਲੋਕ ਫਾਇਦਾ ਵੀ ਲੈ ਪਾਉਣ। ਸੋ ਹੁਣ ਪਹਿਲੀਆਂ ਸਰਜਰੀਜ਼ ਕਾਫੀ ਹੋ ਚੁੱਕੀਆਂ, ਕੀ ਕੁਝ ਚੇਂਜ ਆਇਆ ਜਾਂ ਕੀ ਪਲਾਨਸ ਨੇ? ਦੇਖੋ ਜਿਵੇਂ ਸਾਨੂੰ ਸਪੋਰਟ ਮਿਲੀ ਹੈਗੀ ਹੈ ਤਾਂ ਕੋਸਟ ਫੈਕਟਰ ਜਾਂ ਮਨੀ ਫੈਕਟਰ ਦਾ ਸਾਡੇ ਮਾਈਂਡ 'ਚੋਂ ਇਵੈਪੋਰੇਟ ਹੋ ਚੁੱਕਿਆ ਹੈਗਾ। ਵੀ ਵਾਂਟ ਟੂ ਕੰਟੀਨਿਊ, ਜਿਵੇਂ ਵੀ ਕਹਿ ਲਓ ਨਾ, ਪੇਸ਼ੈਂਟਸ ਦੀ ਅਸੀਂ ਚਾਹੁੰਦੇ ਹਾਂ ਕਿ ਨੰਬਰਸ ਇਸੇ ਤਰੀਕੇ ਨਾਲ ਰਹਿਣ, ਸਾਰਿਆਂ ਨੂੰ ਵੱਧ ਤੋਂ ਵੱਧ ਇਸ ਜਿਹੜੀ ਕਹਿ ਲਓ ਨਾ ਸੁਪਰ ਟੈਕਨੋਲੋਜੀ ਦਾ ਫਾਇਦਾ ਮਿਲਦਾ ਰਹੇ। ਕੋਸਟ ਹਜੇ ਵੀ ਮੇਰੇ ਹਿਸਾਬ ਨਾਲ ਆਈ ਡੋਂਟ ਥਿੰਕ ਅਨਲੈਸ ਕੋਈ ਕੰਪਨੀ ਕਿਸੇ ਪਾਰਟ ਦਾ ਕੋਸਟ ਵਧਾ ਦੇ, ਜਾਂ ਜਿਹੜੇ ਇਹਦੇ ਸਪੇਅਰ ਪਾਰਟਸ ਅਸੀਂ ਜਿਵੇਂ ਸੈਂਸਰ ਬੋਲਸ ਜਾਂ ਇਹਦੇ ਜਿਹੜੇ ਡਰੇਪਸ ਨੇ, ਇਹ ਜਿਹੜਾ ਸਪੈਸ਼ਲ ਇਹਦਾ ਕਟਿੰਗ ਐਵਰੀ ਟਾਈਮ ਚੇਂਜ ਹੁੰਦੇ, ਉਹ ਐਵਰੀ ਕਹਿ ਲਓ 3 ਮੰਥਸ ਉਹਨਾਂ ਦੀ ਪ੍ਰਾਈਸ ਵੱਧਦੀ ਹੈ। ਤਾਂ ਸਾਡਾ ਕਾਫੀ ਹੱਦ ਤੱਕ ਤਾਂ ਕੋਸ਼ਿਸ਼ ਰਹਿੰਦੀ ਹੈ ਕਿ ਅਰਾਊਂਡ 5 to 10,000 ਤੱਕ ਵੀ ਜਿਹੜੀ ਕੋਸਟ ਵੱਧ ਰਹੀ ਹੈ ਉਹਨੂੰ ਅਸੀਂ ਆਪਣੇ ਲੈਵਲ 'ਤੇ ਅਬਜ਼ੋਰਬ ਕਰਕੇ ਪੇਸ਼ੈਂਟਸ ਨੂੰ ਅਸੀਂ ਇਹਦੀ ਉਹੀ ਪ੍ਰਾਈਸ ਰੱਖੀਏ ਜਿਵੇਂ ਅਸੀਂ
ਦੋਵੇਂ ਨੀ ਸਰਜਰੀ 3.5 ਲੱਖ ਤੋਂ ਆਫਰ ਕਰਨੇ ਸ਼ੁਰੂ ਕਰ ਦਿੰਦੇ ਹੈਗੇ ਆ ਰੋਬੋਟਿਕ ਦੇ ਨਾਲ, ਜਿਹੜਾ ਕਿ ਨਾਰਮਲੀ ਆਪਾਂ ਅੰਮ੍ਰਿਤਸਰ ਜਲੰਧਰ ਵੀ 4.5 ਦੀ ਰੇਂਜ ਦੇ ਵਿੱਚ ਸ਼ੁਰੂ ਕਰਦੇ ਹੈਗੇ ਨੇ। ਤਾਂ ਆਪਣੇ ਪੰਜਾਬ ਦੇ ਵਿੱਚ ਤਾਂ ਅਸੀਂ ਇਕਨੋਮਿਕਲ ਪ੍ਰਾਈਸ ਆਫਰ ਕਰ ਹੀ ਰਹੇ ਹਾਂ, ਅਤੇ ਜੇ ਆਪਾਂ ਫੁੱਲੀ ਐਕਟਿਵ ਸਰਜਰੀ ਨਾਲ ਕੰਪੇਅਰ ਕਰਾਂਗੇ ਤਾਂ ਦਿੱਲੀ ਤੋਂ ਤਾਂ ਨੀਅਰਲੀ ਅਸੀਂ ਹਾਫ ਪ੍ਰਾਈਸ 'ਤੇ ਕਰ ਹੀ ਰਹੇ ਹੈਗੇ। ਤਾਂ ਆਲਰੇਡੀ ਦਿੱਲੀ ਤੋਂ ਪੇਸ਼ੈਂਟਸ, ਯੂਪੀ ਤੋਂ ਪੇਸ਼ੈਂਟਸ, ਕਾਫੀ ਦੂਰੋਂ ਵੀ ਸਾਨੂੰ ਇਸ ਦੌਰਾਨ ਕੈਨੇਡੀਅਨ ਤੇ UK ਪੇਸ਼ੈਂਟਸ ਤਾਂ ਸਾਰੇ ਆ ਹੀ ਰਹੇ ਹੈਗੇ ਨੇ। ਤਾਂ ਆਲ ਓਵਰ ਇੰਡੀਆ ਦੇ ਵਿੱਚ ਵੀ ਸਾਨੂੰ ਕਾਫੀ ਸਪੋਰਟ ਮਿਲ ਰਹੀ ਹੈ, ਐਂਡ ਇਟ ਇਜ਼ ਆਲ ਟਰੈਵਲਿੰਗ ਬਾਈ ਵਰਡ ਆਫ ਮਾਊਥ ਜਸਟ ਬਿਕੋਜ਼ ਰਿਜ਼ਲਟਸ ਅੱਛੇ ਹੈਗੇ ਨੇ। ਇਟ ਇਜ਼ ਅ ਕੰਬੀਨੇਸ਼ਨ, ਜਿਵੇਂ ਇੰਨੇ ਸਾਲਾਂ ਦਾ ਐਕਸਪੀਰੀਅੰਸ, 12 ਸਾਲ ਦੇ ਸਰਜਰੀ, 12 ਸਾਲ 6000 ਨੀ ਰਿਪਲੇਸਮੈਂਟਸ, ਇਹਨਾਂ ਸਾਰੀ ਸਰਜਰੀਜ਼ ਦਾ ਜਿਹੜਾ ਇੱਕ ਐਕਸਪੀਰੀਅੰਸ ਹੈ ਉਹ ਰੋਬੋਟਿਕ ਦੇ ਨਾਲ ਮਿਕਸ ਕਰਕੇ ਜਦੋਂ ਅਸੀਂ ਕਰ ਪਾ ਰਹੇ ਹਾਂ, ਦੈਟ ਇਜ਼ ਵਾਟ ਇਜ਼ ਗਿਵਿੰਗ ਗੁੱਡ ਰਿਜ਼ਲਟਸ। ਤਾਂ ਐਜ਼ ਐਟ ਦ ਬਿਗਨਿੰਗ ਫॉर ਅ ਬਿਗਨਰ ਇਸ ਨੂੰ ਲਰਨ ਕਰਨਾ ਥੋੜ੍ਹਾ ਜਿਹਾ tedious ਹੈਗਾ, ਔਖਾ ਹੈਗਾ। ਤਾਂ ਇੰਨੇ ਸਾਲਾਂ ਦੇ ਐਕਸਪੀਰੀਅੰਸ ਦੇ ਨਾਲ ਹੀ ਉਸ ਟੈਕਨੋਲੋਜੀ ਨੂੰ ਅਸੀਂ ਪ੍ਰੋਪਰਲੀ ਯੂਜ਼ ਕਰ ਪਾ ਰਹੇ। ਬਿਲਕੁਲ, ਇਹ ਅਸੀਂ ਪਿਛਲੇ ਐਪੀਸੋਡਸ ਦੇ ਵਿੱਚ ਵੀ ਅਕਸਰ ਇਹ ਗੱਲ ਕਰਦੇ ਰਹੇ ਹਾਂ ਕਿ ਟੈਕਨੋਲੋਜੀ ਐਡਵਾਂਸ ਹੈ, ਟੈਕਨੋਲੋਜੀ ਲੇਟੈਸਟ ਹੈ, ਬਟ ਉਸ ਨੂੰ ਇਸਤੇਮਾਲ ਕਰਨ ਦੇ ਲਈ ਵੀ ਇੱਕ ਸਰਜਨ ਦਾ ਤਜਰਬਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਔਰ ਡਾਕਟਰ ਸਾਹਿਬ ਦੇ ਕੋਲ ਉਹ ਤਜਰਬਾ ਹੈਗਾ। ਤੁਹਾਨੂੰ ਤੇ 2021 ਦੇ ਵਿੱਚ ਆਏ ਨੇ ਨਾ, ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਬੈਸਟ ਸਰਜਨ ਦਾ ਅਵਾਰਡ ਵੀ ਡਾਕਟਰ ਸਾਹਿਬ ਲੈ ਚੁੱਕੇ ਨੇ, ਔਰ ਅੱਗੇ ਹੁਣ ਇਹ ਜਰਨੀ ਕੰਟੀਨਿਊ ਹੈ। ਹਜੇ ਤੇ ਬਹੁਤ ਸਾਰੇ ਅਵਾਰਡਸ ਆਣੇ ਬਾਕੀ ਨੇ, ਔਰ ਮੇਰੇ ਖਿਆਲ ਨਾਲ ਸਭ ਤੋਂ ਵੱਡਾ ਅਵਾਰਡ ਐਂਡ ਰਿਵਾਰਡ ਉਹੀ ਹੁੰਦਾ ਜਦੋਂ ਪੇਸ਼ੈਂਟ ਖੁਸ਼ ਹੋ ਕੇ ਜਾਂਦੇ ਨੇ, ਦੁਆਵਾਂ ਦੇ ਕੇ ਜਾਂਦੇ ਨੇ, ਤੇ ਜਦੋਂ ਪੂਰਾ ਦਾ ਪੂਰਾ ਉਹਨਾਂ ਦਾ ਪਰਿਵਾਰ ਆ ਕੇ ਨਾਲ ਸਾਡੇ ਜੁੜ ਜਾਂਦਾ। ਹਾਂਜੀ, ਜਿਹੜਾ ਡਿਫਰੈਂਸ ਰੋਬੋਟਿਕਸ ਦੇ ਨਾਲ ਅਸੀਂ ਫੀਲ ਕਰ ਰਹੇ ਹਾਂ ਕਿ ਜਿਹੜੇ ਐਜੂਕੇਟਿਡ ਲੋਟ ਹੈ, ਜਿਵੇਂ ਆਪ ਡਾਕਟਰਸ ਨੇ, ਉਹਨਾਂ ਦੇ ਰਿਲੇਟਿਵਸ, ਦੇ ਆਰ ਟਰਸਟਿੰਗ ਦਾ ਟੈਕਨੋਲੋਜੀ, ਰਾਈਟ। ਤੇ ਨਾਲ ਜਿਹੜੇ ਆਪਣੇ ਥੋੜ੍ਹੇ ਜਿਹੇ ਘੱਟ ਪੜ੍ਹੇ ਲਿਖੇ ਪਿੰਡਾਂ ਵਾਲੇ ਲੋਕ ਨੇ, ਉਹ ਵੀ ਇਸ 'ਤੇ ਪੂਰਾ ਵਿਸ਼ਵਾਸ ਜਤਾ ਰਹੇ ਨੇ ਕਿ ਉਹ ਵੀ ਚਾਹੁੰਦੇ ਨੇ, ਦੇਖੋ ਹੈਲਥ ਕੇਅਰ ਇੱਕ ਇਹੋ ਜਿਹੀ ਚੀਜ਼ ਹੈ, ਆਪਣੀ ਸਿਹਤ ਤੋਂ ਉੱਪਰ ਕੁਝ ਵੀ ਨਹੀਂ ਹੈਗਾ। ਤਾਂ ਸਾਰਿਆਂ ਦਾ ਇਹੀ ਮੰਨਣਾ ਹੈਗਾ, ਜਿਹੜੇ ਕਹਿੰਦੇ ਨੇ ਜਿਹੜੀ ਬੈਸਟ ਟੈਕਨੋਲੋਜੀ ਹੈ ਜੀ, ਜਿਹੜਾ ਬੈਸਟ ਗੋਡਾ ਹੈਗਾ ਉਹ ਸਾਡੇ 'ਚ ਵਰਤੋ ਤੁਸੀਂ। ਕਈ ਵਾਰੀ ਹੁਣ ਸਾਡੇ ਬਜ਼ੁਰਗ ਜਿਹੜੇ ਪਿੰਡਾਂ ਤੋਂ ਆਉਂਦੇ ਨੇ, ਉਹਨਾਂ ਨੂੰ ਕੁਝ ਨਹੀਂ ਸਮਝ ਆ ਰਿਹਾ ਹੁੰਦਾ, ਉਹ ਕਹਿੰਦੇ ਵੀ ਪੁੱਤ ਤੇਰੇ ਤੇ ਭਰੋਸਾ ਕੀਤਾ, ਉਹ ਤੇ ਪੁੱਤ ਕਹਿ ਕੇ ਗੱਲ ਕਰਦੇ ਆ। ਬਿਲਕੁਲ, ਉਹ ਉਹਨਾਂ ਦੇ ਵਿੱਚ ਕਹਿ ਰਹੇ ਨਾ, ਸਾਡਾ ਤੇ ਰਿਸਪੌਂਸਿਬਿਲਿਟੀ ਵੀ ਬਣਦੀ ਹੈ, ਤੇ ਉਹਨਾਂ ਦੇ ਵਿੱਚ ਟਰੀਟਮੈਂਟ ਦਾ ਉਹਨਾਂ ਦਾ ਵਿਸ਼ਵਾਸ ਅੱਧਾ ਉਹਨਾਂ ਨੂੰ ਠੀਕ ਕਰ ਦਿੰਦਾ ਹੈ। ਤੇ ਉਸ ਤੋਂ ਬਾਅਦ ਰਿਜ਼ਲਟਸ ਉਹਨਾਂ ਦੇ ਵਿੱਚ ਬਹੁਤ ਹੀ ਅੱਛੇ ਆਉਂਦੇ ਨੇ, ਬਿਕੋਜ਼ ਵਿਸ਼ਵਾਸ ਨਾਲ ਜਿਹੜਾ ਆਉਂਦਾ ਹੈਗਾ ਉਹ ਓਬਵੀਅਸਲੀ ਰਿਕਵਰੀ ਬਹੁਤ ਅੱਛਾ ਕਰਦਾ। ਰਾਈਟ। ਇਹਦੇ ਨਾਲ ਕਹਿ ਲਓ ਇੱਕ ਪਰਸਨਲ ਟੱਚ ਦੇਣਾ, ਜਿਹੜੀ ਸਾਡੀ ਕਹਿ ਲਓ ਨਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਹਰ ਪੇਸ਼ੈਂਟ ਨੂੰ ਇੱਕ ਪਰਸਨਲ ਟੱਚ ਦੇਈਏ, ਫੈਮਿਲੀ ਦੀ ਤਰ੍ਹਾਂ ਟਰੀਟ ਕਰੀਏ, ਸਟਾਫ ਵੀ ਉਸੇ ਤਰੀਕੇ ਪੋਲਾਈਟ ਤੇ ਉਹਨਾਂ ਦੀ ਹਰ ਮੰਗ ਦੇ ਉੱਪਰ ਪਹੁੰਚਦਾ ਹੈਗਾ। ਦੈਟ ਹੈਜ਼ ਬੀਨ ਟੇਕਨ ਕੇਅਰ ਆਫ। ਸਪੈਸ਼ਲ ਜਿਹੜੇ ਲੋਕ ਇਸ 6 ਮਹੀਨੇ 'ਚ ਤਾਰੀਫ ਕਰਕੇ ਜਾਂ ਦੱਸ ਕੇ ਜਾ ਰਹੇ ਹੈਗੇ ਨੇ, ਦੈਟ ਇਜ਼ ਕਿ ਜਿਹੜਾ ਕਿ ਅਸੀਂ ਸਪੈਸ਼ਲ ਰੋਬੋਟਿਕ ਫਲੋਰ ਤਿਆਰ ਕੀਤਾ ਸੀ, ਜਿਸ ਕਿ ਅਸੀਂ ਛੋਟੀਆਂ ਬਰੀਕੀਆਂ ਸਪੈਸ਼ਲੀ ਆਪਣੇ ਨੀ ਰਿਪਲੇਸਮੈਂਟ ਪੇਸ਼ੈਂਟਸ ਲਈ ਅਸੀਂ ਤਿਆਰ ਕੀਤੀਆਂ ਸੀਗੀਆਂ। ਸਪੈਸ਼ਲ ਟੋਇਲਟ ਸੀਟਸ ਹੋ ਗਈਆਂ, ਇੱਕ ਹੈਂਡਲਸ ਜਿਹੜੇ ਆਪਾਂ ਨੂੰ ਉੱਠਣ ਲਈ ਸੀਗੇ, ਜਾਂ ਫਿਰ ਇੱਕ ਕਹਿ ਲਓ ਪ੍ਰੋਪਰ ਜਿਹੜਾ ਇੱਕ ਕਹਿ ਲਓ ਨਾ ਹੋਟਲ ਫੀਲਿੰਗ ਆ ਜਾਂਦੀ ਹੈਗੀ। ਸਾਰਾ ਕੁਝ ਆਪਣਾ ਵਾਈਫਾਈ ਤੋਂ ਲੈ ਕੇ ਸਮਾਰਟ TVs, ਮਾਈਕ੍ਰੋਵੇਵ, ਫਰਿੱਜਿਸ, ਉਹ ਸਾਰਾ ਕੁਝ ਅਸੀਂ ਆਪਣੇ ਵੱਲੋਂ ਪੂਰੀ ਰੀਝ ਨਾਲ ਪ੍ਰੋਵਾਈਡ ਕੀਤਾ ਸੀ, ਤੇ ਲੋਕ ਉਹਨੂੰ ਐਪਰੀਸ਼ੀਏਟ ਵੀ ਕਰ ਰਹੇ ਹੈਗੇ ਨੇ। ਕਲੀਨਲੀਨੈਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹੈਗੇ ਨੇ, ਕਿ ਸਾਫ਼ ਸਫਾਈ ਥਰੂ ਆਊਟ ਦਾ ICU, OT, ਹਸਪੀਟਲ ਦੇ ਵਿੱਚ ਇੱਕ ਪੂਰਾ ਰੋਬੋਟ ਦੇ ਆਉਣ ਨਾਲ ਕਹਿ ਲਓ ਨਾ ਸਾਰੇ ਹਸਪੀਟਲ ਦਾ ਇੱਕ ਮੁਹਾਂਦਰਾ ਚੇਂਜ ਹੋ ਗਿਆ। ਤੇ ਸਾਰੇ ਜਿਹੜੇ ਸਟਾਫ ਦੇ ਵਿੱਚ ਵੀ ਇੱਕ ਨਵੀਂ ਜ਼ੀਲ ਆਈ ਹੈਗੀ ਹੈ, ਉਹਦੇ ਨਾਲ ਕਿ ਹੋਰ ਜ਼ਿਆਦਾ ਐਫਰਟ ਲਗਾ ਰਹੇ ਹੈਗੇ ਨੇ, ਸਾਰੇ ਪੇਸ਼ੈਂਟਸ ਦੇ ਕੰਫਰਟ ਨੂੰ ਇੱਕ ਕਹਿ ਲਓ ਫਸਟ ਪ੍ਰਾਇਰਟੀ 'ਤੇ ਲੈ ਕੇ ਚੱਲ ਰਹੇ ਨੇ। ਫਿਜ਼ੀਓਥੈਰੇਪਿਸਟ ਦੀ ਟੀਮ ਸਾਡੀ ਡਬਲ ਹੋ ਗਈ ਹੈ, ਬਿਕੋਜ਼ ਨੰਬਰ ਆਫ ਸਰਜਰੀਜ਼ ਅੱਗੇ ਨਾਲੋਂ ਡਬਲ ਹੋਈਆਂ ਨੇ, ਅਤੇ ਉਹਨਾਂ ਨੂੰ ਪੇਸ਼ੈਂਟ ਨੂੰ ਰੀਹੈਬ ਦੇ ਵਿੱਚ ਜ਼ਿਆਦਾ ਜ਼ੋਰ ਲਗਾਇਆ ਜਾ ਰਿਹਾ। ਤਾਂ ਪਿਛਲੇ 6 ਮਹੀਨਿਆਂ ਦਾ ਐਕਸਪੀਰੀਅੰਸ ਕਾਫੀ ਮਤਲਬ ਇੱਕ ਸੈਟਿਸਫੈਕਸ਼ਨ ਭਰਿਆ ਰਿਹਾ ਕਿ ਜਿਹੜੀ ਇੱਕ ਅਸੀਂ ਮੂਵ ਲਿਆ ਸੀਗਾ ਕਿ ਅਸੀਂ ਐਕੂਰੇਸੀ ਵਧਾਉਣ ਲਈ ਇੱਕ ਲੇਟੈਸਟ ਟੈਕਨੋਲੋਜੀ ਲੈ ਕੇ ਆਏ ਹਾਂ, ਤਾਂ ਪੇਸ਼ੈਂਟ ਰਿਜ਼ਲਟਸ ਸੈਟਿਸਫਾਈਏਬਲ ਹੈਗੇ ਨੇ। ਪਲੱਸ ਜਿਹੜਾ ਕਹਿ ਲਓ ਨਾ ਉਹੀ ਹੈ ਰਿਕਵਰੀ ਉਹਨਾਂ ਦੀ ਜਿਹੜੀ ਫਾਸਟ ਹੋ ਰਹੀ ਹੈਗੀ ਹੈ, ਉਹ ਸਾਡੇ ਲਈ ਕਾਫੀ ਖੁਸ਼ੀ ਦੇਣ ਵਾਲੀ ਚੀਜ਼ ਹੈ। ਬਿਲਕੁਲ, ਇਹ ਇੱਕ ਵੱਖਰੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਇੱਕ ਕੋਸ਼ਿਸ਼ ਦੇ ਵਿੱਚ ਕਾਮਯਾਬ ਹੁੰਦੇ ਹੋ ਔਰ ਦੂਜੇ ਉਸ ਦੇ ਲਈ ਦੁਆਵਾਂ ਦਿੰਦੇ ਨੇ। ਜਿਹੜੇ ਲੋਕਾਂ ਨੇ ਹੁਣ ਵਿਦੇਸ਼ਾਂ ਤੋਂ ਜਿਵੇਂ ਸਾਨੂੰ ਦੇਖ ਰਹੇ ਨੇ, ਕੈਨੇਡਾ ਦੇ ਵਿੱਚ ਜਿਹੜੇ ਪੇਸ਼ੈਂਟਸ ਦੇਖ ਰਹੇ ਆ, ਅਗਰ ਉਹਨਾਂ ਨੇ ਹੁਣ ਆਉਣਾ ਹੈ ਤਾਂ ਉਹ ਕਿਸ ਤਰੀਕੇ ਦੇ ਨਾਲ ਆਪਣਾ ਪਲਾਨ ਤੁਹਾਡੇ ਨਾਲ ਕਰ ਸਕਦੇ ਨੇ? ਆਪਣੀਆਂ ਇੰਨੀਆਂ ਟਾਕਸ ਦੇ ਵਿੱਚ ਲੋਕਾਂ ਨੂੰ ਕਾਫੀ ਮੈਸੇਜ ਪਹੁੰਚ ਗਏ। ਹੁਣ ਮੋਸਟਲੀ ਪੇਸ਼ੈਂਟਸ WhatsApp 'ਤੇ ਮੈਨੂੰ ਕੰਟੈਕਟ ਕਰ ਲੈਂਦੇ ਨੇ, ਆਪਣੀ ਟਿਕਟ ਸ਼ੇਅਰ ਕਰ ਲੈਂਦੇ ਨੇ, ਅਤੇ ਪਹਿਲੇ ਹੀ ਆਪਣਾ ਇੱਕ ਜਿਹੜਾ ਟੈਂਟੇਟਿਵ ਡੇਟਸ ਮੇਰੇ ਨਾਲ ਸ਼ੇਅਰ ਕਰਕੇ ਆਉਂਦੇ ਨੇ। ਜਿਹੜੀ ਟਿਕਟਸ ਵੀ ਉਸ ਹਿਸਾਬ ਨਾਲ ਅਪਰੋਕਸੀਮੇਟਲੀ 6 ਹਫ਼ਤੇ ਤੋਂ 2 ਮਹੀਨੇ ਦੀ ਲੈ ਕੇ ਆ ਰਹੇ ਹੈਗੇ ਨੇ। ਤਾਂ ਸੇਮ ਉਹੀ ਹੈ ਜੀ, ਜਦੋਂ ਵੀ ਆਪਣਾ ਪਲਾਨ ਬਣਦਾ ਹੈ, ਫਾਈਨਲ ਹੁੰਦਾ ਹੈ, ਤੁਸੀਂ ਜਿਹੜਾ ਥੱਲੇ ਨੰਬਰ ਲਿਖਿਆ ਆ ਰਿਹਾ ਉਹਦੇ 'ਤੇ ਕੰਟੈਕਟ ਕਰੋ ਮੈਨੂੰ। ਉਹਦੇ 'ਤੇ ਆਪਣਾ ਜੋ ਵੀ ਐਕਸਰੇ ਸ਼ੇਅਰ ਕਰਨੇ ਨੇ, ਜਾਂ ਕਿਸੇ ਨੇ ਤੁਹਾਨੂੰ ਆਲਰੇਡੀ ਸੁਜੈਸਟ ਕਰਤਾ ਹੈ ਕਿ ਨੀ ਰਿਪਲੇਸਮੈਂਟ ਜਾਂ ਹਿਪ ਰਿਪਲੇਸਮੈਂਟ ਦੀ ਲੋੜ ਹੈ, ਉਹਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰੋ। ਜਦੋਂ ਵੀ ਤੁਸੀਂ ਆ ਰਹੇ ਹੋ, ਪਹੁੰਚ ਰਹੇ ਹੋ, ਇੱਕ ਆਪਾਂ ਅਪਾਇੰਟਮੈਂਟ ਤੁਹਾਡੀ ਫਿਕਸ ਕਰਦੇ ਹਾਂ।
ਜਿੱਦਣ ਆਉਂਦੇ ਆ ਸਾਰੇ ਤੁਹਾਡੇ ਟੈਸਟ ਕੀਤੇ ਜਾਣਗੇ। ਜੇ ਸਾਰਾ ਕੁਝ ਉਹਦੇ ਵਿੱਚ ਓਕੇ ਆਉਂਦਾ ਤਾਂ ਵਿਦਿਨ 2 ਜਾਂ 3 ਡੇਜ਼ ਤੁਹਾਡੀ ਸਰਜਰੀ ਅਸੀਂ ਫਿਕਸ ਕਰ ਪਾਵਾਂਗੇ। ਐਂਡ ਜੇ ਤੁਸੀਂ ਕਹਿ ਲਓ ਨਾ ਵਿਦਿਨ 4 ਜਾਂ 5 ਦਿਨ ਪ੍ਰੋਪਰਲੀ ਤੁਰਨ ਫਿਰਨ ਲੱਗ ਜਾਂਦੇ ਹੋ, ਗੋਡਾ ਮੋੜਨ ਲੱਗ ਜਾਂਦੇ ਹੋ, ਹਫ਼ਤੇ 10 ਦਿਨ ਬਾਅਦ ਆਪਾਂ ਟਾਂਕੇ ਕੱਟਦੇ ਹਾਂ, ਤਾਂ ਆਫਟਰ 2 ਵੀਕਸ ਯੂ ਆਰ ਫੁੱਲੀ ਮੋਬਾਈਲ। ਤੁਸੀਂ ਕਿਤੇ ਆਉਣਾ ਜਾਣਾ ਕਰਨਾ ਉਸ ਤੋਂ ਬਾਅਦ ਕਰ ਵੀ ਸਕਦੇ ਹੈਗੇ ਆ। ਐਕਸਰਸਾਈਜ਼ਸ ਕਰਦੇ ਰਵਾਂਗੇ ਤਾਂ 90% ਰਿਕਵਰੀ ਵਿਦਿਨ ਅ ਮੰਥ ਹੋ ਜਾਂਦੀ ਹੈਗੀ ਹੈ। ਸਪੋਰਟ ਫਰੀ ਵਾਕਿੰਗ ਹੋ ਜਾਂਦੀ ਹੈ। ਅਤੇ ਜੇ ਆਪਾਂ ਟਰੈਵਲ ਵਾਪਸ ਕਰਨਾ ਹੈ ਤਾਂ ਇਟ ਇਜ਼ 6 ਵੀਕਸ to 2 months ਦਾ ਇੱਕ ਟਾਈਮ ਆਪਾਂ ਨੂੰ ਚਾਹੀਦਾ ਹੈ, ਜਿਸ ਦੌਰਾਨ ਟਾਂਕੇ ਕੱਟਣ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ 'ਚ ਮਿਲਣਾ ਗਿਲਣਾ ਉਹ ਸਾਰਾ ਕੁਝ ਪੇਸ਼ੈਂਟਸ ਈਜ਼ੀਲੀ ਕਰ ਪਾਉਂਦੇ ਹੈਗੇ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ ਔਰ ਬਹੁਤ ਚੰਗਾ ਲੱਗ ਰਿਹਾ ਕਿ ਸਾਡਾ ਪੰਜਾਬ ਜਿਹੜਾ ਹੈ ਉਹ ਲਗਾਤਾਰ ਤਰੱਕੀ ਵੱਲ ਜਾ ਰਿਹਾ ਔਰ ਤੁਸੀਂ ਉਸ ਦੇ ਵਿੱਚ ਕਾਫੀ ਯੋਗਦਾਨ ਪਾਇਆ। ਸੋ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ। ਦਰਸ਼ਕਾਂ ਨੂੰ ਅਸੀਂ ਇਹੀ ਕਹਾਂਗੇ ਜੀ, ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਇਸ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਕੋਲ ਵੀ ਕੋਈ ਵੀ ਸਵਾਲ ਹੈ, ਤੁਹਾਡੇ ਵੀ ਗੋਡਿਆਂ ਦੇ ਵਿੱਚ ਕੋਈ ਦੁੱਖ ਤਕਲੀਫ ਹੈਗੀ ਹੈ, ਤਾਂ ਤੁਸੀਂ ਉਸ ਦੇ ਲਈ ਡਾਕਟਰ ਸਾਹਿਬ ਦਾ ਜਿਹੜਾ ਨੰਬਰ ਹੈ ਉਸ ਦੇ ਉੱਤੇ ਡਾਇਰੈਕਟ ਉਹਨਾਂ ਨੂੰ ਮੈਸੇਜ ਜਾਂ ਕਾਲ ਕਰਕੇ ਵੀ ਪੁੱਛ ਸਕਦੇ ਹੋ ਅਤੇ ਇਸ ਤੋਂ ਬਾਅਦ ਜਿਹੜੀਆਂ ਆਪਣੀਆਂ ਰਿਪੋਰਟਸ ਨੇ ਉਹ ਵੀ ਸ਼ੇਅਰ ਕਰ ਸਕਦੇ ਹੋ। ਅਸੀਂ ਇਸੇ ਕੜੀ ਦੇ ਵਿੱਚ ਹੋਰ ਜਾਣਕਾਰੀ ਜਿਹੜੀ ਕਿਸ ਤਰ੍ਹਾਂ ਦੇ ਇੰਪਲਾਂਟਸ ਹੁੰਦੇ ਨੇ, ਕੀ ਕੁਛ ਜਿਹੜਾ ਹੈਗਾ ਹੋਰ ਐਡਵਾਂਸਮੈਂਟਸ ਆ ਸਕਦੀਆਂ ਨੇ ਵਿੱਚ, ਇੰਪਲਾਂਟਸ ਦੀ ਕਾਸਟ ਕੀ ਹੁੰਦੀ ਹੈ, ਉਸ ਬਾਰੇ ਵੀ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਜੁੜੇ ਰਹੋ ਸਾਡੇ ਨਾਲ, ਦੇਖਦੇ ਰਹੋ ਹਮਦਰਦ TV। ਅਸੀਂ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ। ਸਤਿ ਸ਼੍ਰੀ ਅਕਾਲ।